ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਤ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੋਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੋਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰਹੁ ਕਾਢ ਭਵਜਲ ਫੇਰਿਆ ਮੈਂ ਪਤ ਕੀ ਪੰਤ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪਰਖ ਜੰਤੈਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੇਵਕੀ ਗੁਰੀ ਬਸੈ ਮੁਦ ਸਾਰ ਤਹਿ ਤੁਮ ਮਿਲ ਕੇ ਕਰੋ ਵਿਚਾਰ
ਸਹਿਬ ਕੀ ਪੁਰੀ ਬਸੈ ਮੁਦ ਸਾਰ। ਤਹਿ ਤੁਮ ਮਿਲ ਕੈ ਕਰਹੁ ਵਿਚਾਰ। ਈਟ ਊਟ ਕੀ ਸੋਚੀ ਕਰੈ। ਕੌਣ ਕਰਮ ਮੇਰਾ ਕਰ ਕਰ ਮਰੈ। ਨਿਜ ਪਦ ਉਪਰ ਲਾਗੋ ਧਿਆਨ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਰਹਾਉ ਮੂਲ ਦੁਆਰੈ ਬੰਦਿਆ ਬੰਦ। ਰਬ ਉਪਰ ਗਹਿ ਰਾਖਿਆ ਚੰਦ। ਪਛਮ ਦੁਆਰੈ ਸੂਰਜ ਤਪੈ। ਮੇਘ ਦੰਡ ਸਿਰ ਉਪਰ ਵਸੈ। ਪਛਮ ਦੁਆਰੇ ਕੀ ਸਿਰ ਓਟ। ਤਹਿ ਸਿਰ ਉਪਰ ਖਿੜਕੀ ਔਰ। ਖਿੜਕੀ ਉਪਰ ਦਸਵਾ ਦੁਆਰ। ਕਹੇ ਕਬੀਰ ਤਾਕਾ ਅੰਤ ਨਾ ਪਾਰ। ਪਛਮ ਦੁਆਰੇ ਕੀ ਸਿਰ ਓਟ। ਤਹਿ ਸਿਰ ਉਪਰ ਖਿੜਕੀ ਔਰ। ਖਿੜਕੀ ਉਪਰ ਦਸਵਾ ਦੁਆਰ। ਕਹੇ ਕਬੀਰ ਤਾਕਾ ਅੰਤ ਨਾ ਪਾਰ। ਸਿਵ ਕੀ ਪੁਰੀ ਬਸੈ ਬੁੱਧ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਬੜੇ ਪ੍ਰੇਮ ਸ਼ਰਧਾ ਨਾਲ ਗੁਰੂ ਘਰ ਪਹੁੰਚ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਵ ਕੀ ਪੁਰੀ ਬਸੈ ਮੁਦ ਸਾਰ। ਸਾਧ ਸੰਗਤ, ਭੈਰੋ ਰਾਗ ਦੇ ਅੰਦਰ ਭਗਤ ਕਬੀਰ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਸ਼ਬਦ ਦੀ ਵਿਚਾਰ ਅਸੀਂ ਕੱਲ੍ਹ ਵੀ ਸਰਵਣ ਕੀਤੀ ਹੈ, ਜਿੱਥੇ
ਭਗਤ ਜੀ ਦੇ ਪਾਸ ਇੱਕ ਜੋਗੀ ਨੇ ਆ ਕਰਕੇ ਬੇਨਤੀ ਕੀਤੀ। ਉਸ ਦੇ ਤਾਈਂ ਪਹਿਲੇ ਅਰਥਾਂ ਦੇ ਵਿੱਚ ਜੋਗ ਮਤ ਦਾ ਉਪਦੇਸ਼ ਭਗਤ ਜੀ ਨੇ ਬਖਸ਼ਿਆ। ਇੱਕ ਪ੍ਰੇਮੀ ਨੇ ਬੇਨਤੀ ਕੀਤੀ ਕਿ ਸਾਡੇ ਤਾਈਂ ਸਹਿਜ ਜੋਗ ਵੀ ਦੱਸਣਾ ਕਰੋ। ਉਸ ਸਮੇਂ ਸਾਧ ਸੰਗਤ ਭਗਤ ਜੀ ਨੇ ਉਸ ਦੇ ਤਾਈਂ ਇਹੀ ਸ਼ਬਦ ਸਹਿਜ ਜੋਗ ਦੇ ਵਿੱਚ ਉਪਦੇਸ਼ ਬਖਸ਼ਿਆ। ਥੋੜੀ ਭਿੰਨਤਾ ਹੈ। ਹੁਣ ਇੱਥੇ ਭਗਤ ਜੀ ਤੀਸਰੀ ਅਵਸਥਾ ਕਥਨ ਕਰਦੇ ਨੇ। ਤੀਸਰੀ ਅਵਸਥਾ ਚੌਥੀ ਭੂਮਿਕਾ ਹੈ, ਜਿੱਥੇ ਭਗਤ ਜੀ ਦਾ ਬਚਨ ਹੈ ਰਜ ਗੁਣ ਤਮ ਗੁਣ ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਤਿੰਨਾਂ ਗੁਣਾਂ ਤੋਂ ਉਪਰਾਮ ਹੋ ਕਰਕੇ ਜਿਹੜੇ ਮਹਾਂਪੁਰਖ ਤਤ ਬੀਤੇ ਚੌਥੀ ਤੁਰਿਆ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਉਹਨਾਂ ਪ੍ਰਥਾਏ ਭਗਤ ਜੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਸੇਵਕੀ ਪੁਰੀ ਬਸੈ ਬੁੱਧ ਸਾਰ। ਜੋ ਸੇਵਕ ਕਲਿਆਣ ਸਰੂਪ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ, ਉਸ ਦੀ ਪੁਰੀ ਤੁਰਿਆ ਅਵਸਥਾ ਦੇ ਵਿੱਚ ਸ੍ਰੇਸ਼ਟ ਬੁੱਧੀ ਵਾਲੇ ਤਤ ਬੇਤੇ ਮਹਾਂਪੁਰਖ ਵਸਦੇ ਹਨ। ਮਿਲ ਕੇ ਕਰੋ ਵਿਚਾਰ। ਉੱਥੇ ਭਾਈ ਤੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲ ਕਰਕੇ ਤਤ ਬੇਤਿਆਂ ਦੇ ਨਾਲ ਮਿਲ ਕਰਕੇ ਸੱਤ ਤੇ ਅਸੱਤ ਦੀ ਵਿਚਾਰ ਕਰ। ਅਸੱਤ ਕੀ ਹੈ? ਮਹਾਰਾਜ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਲ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣਹਾਰ। ਸੰਸਾਰ ਦੇ ਵਿੱਚ ਜੋ ਵੀ ਦਿਸਦਾ ਹੈ ਇਹ ਨਾਸਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੀਨਾ। ਜਿੱਥੇ ਮਹਾਰਾਜ ਕਹਿੰਦੇ ਮ੍ਰਿਤ ਮੰਡਲ ਕਰ ਸਾਜਿਆ, ਜਿਉ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗ ਗਈ। ਇਸ ਨੂੰ ਨਾਸ ਹੁੰਦਿਆਂ ਸਮਾਂ ਨਹੀਂ ਲੱਗਦਾ। ਇਹੋ ਜਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਕਿਹ ਵਿਚਾਰ। ਪਰ ਇਸ ਸੰਸਾਰ ਨੂੰ ਬਣਾਉਣ ਵਾਲਾ ਰਚਨਹਾਰ ਪਰਮਾਤਮਾ ਉਹ ਸਤ ਹੈ। ਉਸ ਦੀ ਸਤ ਦੀ ਪ੍ਰਾਪਤੀ ਵਾਸਤੇ ਸਤਿਪੁਰਖਾਂ ਦੇ ਨਾਲ ਮਿਲਣਾ ਕਰ। ਜਿਵੇਂ ਸਾਧ ਸੰਗਤ ਦੁੱਧ ਵਿੱਚ ਘਿਓ ਹੁੰਦਾ, ਲੱਕੜ ਵਿੱਚ ਅੱਗ ਹੁੰਦੀ ਹੈ, ਪਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਵਿਧੀ ਹੈ। ਲੱਕੜ ਵਿੱਚੋਂ ਅੱਗ ਪੈਦਾ ਕਰਨ ਵਾਸਤੇ ਬਾਹਰੋਂ ਅੱਗ ਲਾਉਣੀ ਪੈਂਦੀ ਹੈ। ਇਸ ਤਰ੍ਹਾਂ ਹੀ ਦੁੱਧ ਵਿੱਚੋਂ ਘਿਓ ਪ੍ਰਾਪਤ ਕਰਨ ਵਾਸਤੇ ਉਹ ਇੱਕ ਵਿਧੀ ਹੈ। ਤਾਂ ਸਤਿਗੁਰੂ ਕਹਿੰਦੇ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਵੀ ਇੱਕ ਵਿਧੀ ਹੈ, ਸਤਿਪੁਰਖਾਂ ਦੀ ਸੰਗਤ ਕਰੇ। ਜਿਨ੍ਹਾਂ ਨੇ ਸਤ ਦੀ ਪਛਾਣ ਕੀਤੀ ਹੈ, ਵਾਹਿਗੁਰੂ ਨੂੰ ਜਾਣਿਆ, ਉਸ ਦੇ ਤਾਈਂ ਮਿਲਣ ਵਾਸਤੇ ਉਹਨਾਂ ਗੁਰਮੁਖਾਂ ਦੇ ਨਾਲ ਹਰ ਸਮੇਂ ਆਪਣਾ ਮੇਲ ਬਣਾ ਕੇ ਰੱਖੇ। ਪਹਿਲਾਂ ਆਪਣੇ ਮਨ ਵਿੱਚ ਇੱਛਾ ਰੱਖੇ ਉਹਨਾਂ ਦੇ ਤਾਈਂ ਮਿਲਣ ਵਾਸਤੇ, ਫਿਰ ਉਹਨਾਂ ਗੁਰਮੁਖਾਂ ਦੀ ਪਛਾਣ ਕਰੇ,
ਔਰ ਇਸ ਤਰ੍ਹਾਂ ਪਛਾਣ ਕਰਦਿਆਂ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਬਚਨ ਹੈ, ਜਗ ਮਹਿ ਉੱਤਮ ਕਾਢੀਐ ਵਿਰਲੇ ਕਈ ਕੇ। ਸੰਸਾਰ ਵਿੱਚ ਜਿਹੜੇ ਉੱਤਮ ਮਹਾਂਪੁਰਖ ਹਨ ਉਹ ਵਿਰਲੇ ਹੀ ਕੱਢੇ ਜਾਂਦੇ ਨੇ। ਜਿੱਥੇ ਸਤਿਗੁਰਾਂ ਬਚਨ ਕੀਤੇ, ਇੱਕ ਅੱਧ ਨਾਏ ਰਸੀਆੜਾ ਕਾ ਵਿਰਲੀ ਜਾਏ ਗੁੱਠੀ। ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ, ਵਾਹਿਗੁਰੂ ਦੇ ਨਾਲ ਮਿਲਿਆ ਹੋਇਆ ਕੋਈ ਇੱਕ ਅੱਧਾ ਹੀ ਗੁਰਮੁਖ ਹੈ, ਨਹੀਂ ਤਾਂ ਸਾਰੇ ਹੀ ਸਵਾਦਾਂ ਵਿੱਚ, ਰਸਾਂ ਦੇ ਵਿੱਚ, ਮਾਇਆ ਦੇ ਰੰਗਾਂ ਵਿੱਚ ਫਸੇ ਹੋਏ ਹਨ। ਤਾਂ ਉਸ ਸਮੇਂ ਸਤਿਗੁਰੂ ਕਹਿੰਦੇ, ਭਾਈ ਤੂੰ ਮਹਾਂਪੁਰਖਾਂ ਦੀ ਸੇਵਾ ਕਰਿਆ ਕਰ, ਗੁਰਸਿੱਖਾਂ ਦੀ ਸੇਵਾ ਕਰਿਆ ਕਰ। ਅਸੀਂ ਤੇਰੇ ਤਾਈਂ ਦ੍ਰਿਸ਼ਟਾਂਤ ਦਿੰਦੇ ਹਾਂ। ਇੱਕ ਰਾਜੇ ਨੂੰ ਇੱਛਾ ਪੈਦਾ ਹੋਈ ਕਿ ਹੰਸਾਂ ਦੇ ਦਰਸ਼ਨ ਕਰਨੇ ਨੇ। ਇਸ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਰਾਜਨ, ਰਾਜਾ ਕਹਿਣ ਲੱਗਿਆ ਕਿ ਵਜ਼ੀਰ, ਮੇਰੀ ਇੱਛਾ ਹੈ ਕਿ ਮੈਂ ਹੰਸਾਂ ਨੂੰ ਦੇਖਣਾ ਚਾਹੁੰਦਾ। ਤਾਂ ਉਸ ਸਮੇਂ ਵਜ਼ੀਰ ਕਹਿਣ ਲੱਗਿਆ, ਰਾਜਨ ਜੇ ਤੂੰ ਹੰਸਾਂ ਨੂੰ ਦੇਖਣਾ ਹੈ, ਉਹ ਮਾਨ ਸਰੋਵਰ 'ਤੇ ਰਹਿੰਦੇ ਨੇ, ਜੋ ਇੱਥੋਂ ਬਹੁਤ ਦੂਰ ਹੈ। ਕਈ ਸਾਲਾਂ ਦੇ ਸਫ਼ਰ ਕਰਕੇ ਤੂੰ ਉੱਥੇ ਪਹੁੰਚ ਸਕਦਾ ਹੈ। ਉਹਨਾਂ ਸਮਿਆਂ ਵਿੱਚ ਬਹੁਤੇ ਸਾਧਨ ਨਹੀਂ ਹੁੰਦੇ ਸਨ। ਇੱਕ ਜੁਗਤੀ ਹੈ, ਜੇ ਤੂੰ ਪੰਛੀਆਂ ਦੀ ਸੇਵਾ ਕਰਿਆ ਕਰੇ। ਹੰਸ ਪੰਛੀਆਂ ਦੇ ਰਾਜੇ ਮੰਨੇ ਜਾਂਦੇ ਨੇ, ਔਰ ਤੂੰ ਪੰਛੀਆਂ ਦੀ ਸੇਵਾ ਕਰਿਆ ਕਰ। ਕਿਸੇ ਸਮੇਂ ਤੈਨੂੰ ਉਹ ਹੰਸ ਵੀ ਆ ਕੇ ਦਰਸ਼ਨ ਦੇਣਗੇ। ਉਸ ਰਾਜੇ ਨੇ ਆਪਣੇ ਬਾਗ ਦੇ ਵਿੱਚ ਬਹੁਤ ਸੁੰਦਰ ਇੱਕ ਸਰੋਵਰ ਬਣਾਇਆ, ਔਰ ਚਾਰੇ ਪਾਸੇ ਸਿਪਾਹੀ ਖੜੇ ਕਰ ਦਿੱਤੇ, ਔਰ ਇੱਕ ਸੁੰਦਰ ਜਗ੍ਹਾ ਬਣਾ ਕਰਕੇ ਉੱਥੇ ਚੋਗਾ ਖਿਲਾਰ ਦਿੱਤਾ। ਇਸ ਤਰ੍ਹਾਂ ਦੂਰੋਂ ਦੂਰੋਂ ਪੰਛੀ ਆਉਂਦੇ ਨੇ, ਚੋਗਾ ਚੁਗਦੇ ਨੇ, ਔਰ ਪੰਛੀਆਂ ਦੁਆਰਾ ਇਸ ਰਾਜੇ ਦਾ ਜਸ ਹੌਲੀ ਹੌਲੀ ਹੰਸਾਂ ਤੱਕ ਪਹੁੰਚ ਗਿਆ। ਹੰਸਾਂ ਨੇ ਵਿਚਾਰ ਕੀਤੀ ਕਿ ਸਾਨੂੰ ਵੀ ਉੱਥੇ ਜਾ ਕੇ ਰਾਜੇ ਦੇ ਦਰਸ਼ਨ ਕਰਨੇ ਚਾਹੀਦੇ ਨੇ। ਐਸਾ ਕੌਣ ਮਹਾਨ ਰਾਜਾ ਹੈ ਜੋ ਪੰਛੀਆਂ ਦੀ ਇੰਨੀ ਸੇਵਾ ਕਰਦਾ ਹੈ? ਤਾਂ ਉਸ ਸਮੇਂ ਉਹ ਹੰਸਾਂ ਦਾ ਇੱਕ ਜੋੜਾ ਮਾਨ ਸਰੋਵਰ ਤੋਂ ਉੱਡ ਕਰਕੇ ਉਸ ਰਾਜੇ ਦੇ ਦੇਸ਼ ਉੱਥੇ ਬਾਗ ਵਿੱਚ ਆ ਗਿਆ। ਸਿਪਾਹੀਆਂ ਨੇ ਦੇਖ ਕੇ ਰਾਜੇ ਨੂੰ ਦੱਸਿਆ ਕਿ ਇਸ ਤਰ੍ਹਾਂ ਬਹੁਤ ਸੁੰਦਰ ਪੰਛੀ ਆਏ ਨੇ। ਰਾਜੇ ਨੇ ਸਾਧ ਸੰਗਤ ਹੰਸਾਂ ਦੇ ਅੱਗੇ ਦੁੱਧ ਰੱਖ ਦਿੱਤਾ। ਜਿਹੜੇ ਹੰਸ ਹੁੰਦੇ ਨੇ, ਇਹਨਾਂ ਦੇ ਚੁੰਝ ਵਿੱਚ ਖਟਿਆਈ ਹੁੰਦੀ ਹੈ। ਜਦੋਂ ਦੁੱਧ ਵਿੱਚ ਚੁੰਝ ਪਾ ਦੇਣਾ ਤੇ ਫੁੱਟ ਵੱਖਰੇ ਹੋ ਜਾਂਦੇ ਨੇ, ਪਾਣੀ ਵੱਖਰਾ ਹੋ ਜਾਂਦਾ ਹੈ। ਤੇ ਹੰਸਾਂ ਦਾ ਸੁਭਾਅ ਹੈ ਪਾਣੀ ਨੂੰ ਛੱਡ ਕਰਕੇ ਫੁੱਟ ਉਹ ਖਾ ਲੈਂਦੇ ਨੇ। ਤਾਂ ਉਸ ਸਮੇਂ ਹੰਸਾਂ ਨੇ ਉਹ ਦੁੱਧ ਦੇ ਫੁੱਟ ਖਾ ਲੈਣਾ ਕੀਤੇ। ਫਿਰ ਰਾਜੇ ਨੇ ਆਪਣੇ ਕੋਲੋਂ ਕੁਝ ਲਾਲ ਤੇ ਹੀਰੇ ਮੰਗਾਉਣਾ ਕੀਤੇ। ਉਹਨਾਂ ਹੰਸਾਂ ਨੇ ਉਹਨਾਂ ਨੂੰ ਨਿਗਲ ਲੈਣਾ ਕੀਤਾ, ਤੇ ਨਿਗਲ ਕਰਕੇ ਜਦੋਂ ਬਾਹਰ ਕੱਢਿਆ
ਤੇ ਉਹ ਸਾਧ ਸੰਗਤ ਬਹੁਤ ਸੁੰਦਰ ਹੋਰ ਬਣ ਗਏ, ਹੋਰ ਕੀਮਤੀ ਹੋ ਗਏ। ਉਸ ਸਮੇਂ ਰਾਜੇ ਨੇ ਪਛਾਣ ਕੀਤੀ ਕਿ ਇਹ ਵਾਕਈ ਹੰਸ ਹਨ ਜਿਹੜੇ ਹੀਰਾ ਮੋਤੀ ਖਾਂਦੇ ਨੇ। ਗੁਰੂ ਪਾਤਸ਼ਾਹ ਬਚਨ ਕਰਦੇ ਨੇ, ਹੰਸਾਂ ਹੀਰਾ ਮੋਤੀ ਖਾਣਾ। ਹੰਸਾਂ ਦਾ ਖਾਣਾ ਹੀ ਹੁੰਦਾ ਹੈ ਹੀਰੇ ਮੋਤੀ ਖਾਣੇ। ਤੇ ਇਸ ਤਰ੍ਹਾਂ ਹੀ ਜਿਹੜੇ ਮਹਾਂਪੁਰਖ ਤੱਤ ਬੇਤੇ ਨੇ, ਉਹ ਵੀ ਸਾਧ ਸੰਗਤ ਨਾਮ ਰੂਪ ਹੀਰਾ, ਵਾਹਿਗੁਰੂ ਦਾ ਪ੍ਰੇਮ ਰੂਪ ਲਾਲ ਤੇ ਗਿਆਨ ਰੂਪ ਜਵਾਹਰ ਗ੍ਰਹਿਣ ਕਰਦੇ ਹਨ। ਉਹਨਾਂ ਨੇ ਵਿਰਾਗ ਰੂਪ ਰਤਨ ਪ੍ਰਾਪਤ ਕੀਤਾ ਹੈ ਤੇ ਸੰਸਾਰ ਵਿੱਚ ਸੱਤ ਤੇ ਅਸੱਤ ਦੋਹੇ ਚੀਜ਼ਾਂ ਨੇ। ਸੱਤ ਕਹਿੰਦੇ ਨੇ ਸੱਚ ਨੂੰ, ਅਸੱਤ ਕਹਿੰਦੇ ਨੇ ਝੂਠ ਨੂੰ। ਮਹਾਂਪੁਰਖ ਸੰਸਾਰ ਵਿੱਚੋਂ ਸੱਤ ਨੂੰ ਗ੍ਰਹਿਣ ਕਰਦੇ ਨੇ, ਅਸੱਤ ਦਾ ਤਿਆਗ ਕਰ ਦਿੰਦੇ ਨੇ। ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਔਗਣ ਛੱਡ ਦਿੰਦੇ ਨੇ। ਇਸ ਤਰ੍ਹਾਂ ਹੰਸਾਂ ਦੀ ਨਿਆਈ ਮਹਾਂਪੁਰਖ, ਜਿਵੇਂ ਹੰਸ ਦੁੱਧ ਦੇ ਫੁੱਟ ਖਾ ਲੈਂਦੇ ਨੇ, ਪਾਣੀ ਛੱਡ ਦਿੰਦੇ ਹਨ, ਮਹਾਂਪੁਰਖ ਗੁਰਮੁਖ ਉਹ ਸੱਤ ਨੂੰ ਗ੍ਰਹਿਣ ਕਰਦੇ ਹਨ। ਤਾਂ ਸਤਿਗੁਰੂ ਕਹਿੰਦੇ, ਭਾਈ ਜਿਵੇਂ ਪੰਛੀਆਂ ਦੀ ਸੇਵਾ ਕਰਕੇ ਉਸ ਰਾਜੇ ਨੇ ਹੰਸਾਂ ਦੇ ਦਰਸ਼ਨ ਕਰ ਲਏ, ਤੂੰ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਸੰਗਤਾਂ ਦੀ ਸੇਵਾ ਕਰਿਆ ਕਰ, ਤਾਂ ਤੈਨੂੰ ਕਿਸੇ ਸਮੇਂ ਪੂਰਨ ਪੁਰਖ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣਗੇ, ਪੂਰਨ ਗੁਰਸਿੱਖ ਦੇ ਦਰਸ਼ਨ ਹੋ ਜਾਣਗੇ। ਸਾਧ ਸੰਗਤ ਜਿਹੜੇ ਮਹਾਂਪੁਰਖ ਗੁਰਮੁਖ ਹੁੰਦੇ ਨੇ, ਉਹ ਆਮ ਜੀਵਨ ਹੀ ਬਤੀਤ ਕਰਦੇ ਨੇ ਤੇ ਉਹਨਾਂ ਦੇ ਮਤ ਨਾਲ ਮਿਲਣ ਵਾਸਤੇ, ਉਹਨਾਂ ਦੀ ਸੰਗਤ ਨਾਲ ਮਿਲਣ ਵਾਸਤੇ ਗੁਣ ਹੋਣੇ ਚਾਹੀਦੇ ਨੇ। ਜੇ ਸੁਭਾਅ ਹੀ ਉਲਟ ਹੈ, ਮਨ ਵਿੱਚ ਔਗਣ ਨੇ, ਤਾਂ ਸੰਤ ਭਾਵੇਂ ਨੇੜੇ ਹੀ ਹੋਣ, ਪੂਰਨ ਗੁਰਮੁਖ, ਪਰ ਉਹਨਾਂ ਦੀ ਪਛਾਣ ਨਹੀਂ ਹੁੰਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਪਹਿਲਾਂ ਆਪਣਾ ਸੁਭਾਅ ਬਣਾਈਏ ਕੋਮਲ, ਆਪਣਾ ਸੁਭਾਅ ਨਿਮਰਤਾ ਵਾਲਾ ਬਣਾਈਏ, ਪ੍ਰਭੂ ਦੇ ਪਿਆਰ ਵਾਲਾ, ਸੇਵਾ ਸਿਮਰਨ ਵਾਲਾ। ਮਨ ਦੇ ਵਿੱਚ ਗੁਣ ਹੋਣ, ਗੁਣਾਂ ਕਰਕੇ ਗੁਣੀ ਦੀ ਪਛਾਣ ਹੁੰਦੀ ਹੈ। ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ, ਭਾਈ ਤਹਿ ਤੁਮ ਮਿਲ ਕੇ ਕਰੋ ਵਿਚਾਰ। ਉਹਨਾਂ ਤੱਤ ਬੇਤੇ ਮਹਾਂਪੁਰਖਾਂ ਨਾਲ ਮਿਲ ਕਰਕੇ ਤੂੰ ਸੱਤ ਤੇ ਅਸੱਤ ਦੀ ਵਿਚਾਰ ਕਰ। ਫਿਰ ਤੈਨੂੰ ਈਤ ਇਹ ਸਮਝ ਪੈ ਜਾਵੇਗੀ ਕਿ ਇਹ ਜੀਵ ਅਲਪੱਗ ਕਿਵੇਂ ਹੋ ਗਿਆ, ਤੇ ਊਤ ਉਹ ਪ੍ਰਭੂ ਪਰਮਾਤਮਾ ਸਰਬੱਗ ਕਿਵੇਂ ਹੈ। ਉਸ ਪਰਮਾਤਮਾ ਦੀ ਜੀਵ ਤੇ ਈਸ਼ ਦੀ ਏਕਤਾ ਤੂੰ ਕਰ ਲਵੇਂਗਾ। ਇਹ ਤੈਨੂੰ ਸਮਝ ਪੈ ਜਾਵੇਗੀ ਕਿ ਜੀਵ ਖੱਟ ਵਿਕਾਰਾਂ ਕਰਕੇ ਅਲਪੱਗ ਹੈ, ਤੇ ਜੋ ਈਸ਼ਰ ਹੈ ਉਹ ਖੱਟ ਗੁਣਾ ਕਰਕੇ ਸਰਬੱਗ ਹੈ। ਇਹਨਾਂ ਦੀ ਏਕਤਾ ਕਰਨਾ ਹੀ ਅਭੇਦ ਪ੍ਰਾਪਤ ਹੋ ਜਾਵੇਗਾ, ਇਹ ਸੋਝੀ ਪੈ ਜਾਵੇਗੀ। ਫਿਰ ਕਿਹੜਾ ਕਰਮ ਕਰਨਾ ਮੇਰ ਵਾਲਾ, ਕਿ ਜੀਵ ਉਹਨਾਂ ਕਰਮਾਂ ਨੂੰ ਕਰ ਕਰਕੇ ਮਰਦਾ ਰਹੇ। ਫਿਰ ਤਾਂ ਜਦੋਂ ਜੀਵ ਈਸ਼ ਦੀ ਏਕਤਾ ਹੀ ਕਰ ਲਈ, ਤਾਂ ਇਹ ਜੀਵ ਨੂੰ ਹੋਰ ਕੋਈ ਕਰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨਿਜ ਪਦ ਨਿਜ ਪਦ ਉਪਰ ਲਾਖੋ ਧਿਆਨ,
ਇਸ ਤਰ੍ਹਾਂ ਭਗਤ ਜੀ ਕਹਿੰਦੇ ਭਾਈ ਸਾਡਾ ਤਾਂ ਆਪਣੀ ਨਿਜ ਪਦਵੀ ਤੁਰਿਆ ਅਵਸਥਾ ਦੇ ਵਿੱਚ ਧਿਆਨ ਲੱਗ ਗਿਆ ਹੈ। ਰਾਜਾ ਰਾਮ ਨਾਮ ਗੋਰਾ ਬ੍ਰਹਮ ਗਿਆਨ। ਜੋ ਰਾਜਾ ਪਰਮਾਤਮਾ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਰਾਮ ਰਮਿਆ ਹੋਇਆ ਹੈ, ਉਸ ਦਾ ਨਾਮ ਹੀ ਮੇਰਾ ਬ੍ਰਹਮ ਗਿਆਨ ਹੈ। ਸਾਡੇ ਤਾਈਂ ਬ੍ਰਹਮ ਗਿਆਨ ਪ੍ਰਾਪਤ ਹੋਇਆ ਨਾਮ ਜਪਣ ਕਰਕੇ। ਰਹਾਉ ਮੂਲ ਦੁਆਰੇ ਬੰਦਿਆ ਬੰਦ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਸੰਸਾਰ ਦਾ ਮੂਲ ਕੌਣ ਹੈ? ਅਗਿਆਨ। ਇਸ ਨੂੰ ਅਸੀਂ ਆਪਣੇ ਅੰਤਸ਼ਕਰਨ ਦੇ ਵਿੱਚ ਸਮਦਮ ਸਾਧਨਾ ਦੇ ਨਾਲ ਬੰਦ ਪਾ ਦਿੱਤਾ ਹੈ, ਅਗਿਆਨ ਦੇ ਤਾਈਂ ਰੋਕ ਦਿੱਤਾ ਹੈ। ਰੱਬ ਉੱਪਰ ਕਹਿ ਰੱਖਿਆ ਚੰਦ। ਰੱਬ ਸੂਰਜ ਨੂੰ ਕਹਿੰਦੇ ਨੇ, ਜਿਵੇਂ ਸੂਰਜ ਤਪਾ ਦਿੰਦਾ ਹੈ ਨਾ ਦਿਨ ਦੇ ਸਮੇਂ, ਇਸ ਤਰ੍ਹਾਂ ਜਿਹੜਾ ਅਗਿਆਨ ਹੈ ਜਾਂ ਤਮੋ ਗੁਣ, ਇਹ ਜੀਵ ਨੂੰ ਤਪਾਉਣ ਵਾਲਾ ਹੈ। ਤਮੋ ਗੁਣ, ਇਸ ਤਮੋ ਗੁਣ ਦੇ ਉੱਪਰ ਅਸੀਂ ਜਿਹੜਾ ਜਿਵੇਂ ਚੰਦਰਮਾ ਠੰਡਾ ਮੰਨਿਆ ਜਾਂਦਾ ਹੈ, ਤੇ ਬ੍ਰਹਮ ਗਿਆਨ ਹੈ ਇਹ ਸ਼ਾਂਤੀ ਦੇਣ ਵਾਲਾ ਹੈ। ਬ੍ਰਹਮ ਗਿਆਨ ਨੂੰ ਅਸੀਂ ਉੱਪਰ ਪਕੜ ਕਰਕੇ ਰੱਖਿਆ। ਪੱਛਮ ਦੁਆਰੇ ਸੂਰਜ ਤਪੈ। ਜਿਹੜਾ ਇਹ ਸੰਸਾਰ ਹੈ ਦੁਆਰਿਆਂ ਵਾਲਾ, ਜਦੋਂ ਇਸ ਵੱਲੋਂ ਪਿੱਛੇ ਹੋ ਗਈ ਸਾਧ ਸੰਗਤ ਜਾਂ ਮਾਇਆ ਨੂੰ ਪਿੱਛੇ ਕਰ ਦਿੱਤਾ, ਜਿਹੜੀ ਮਾਇਆ ਕਰਕੇ ਜੀਵ ਸੰਸਾਰ ਵਿੱਚ ਆਉਂਦਾ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਇਹ ਜੀਵ ਮਾਇਆ ਵਿੱਚ ਲੱਗ ਕਰਕੇ ਭੁੱਲਿਆ ਹੋਇਆ ਹੈ ਤੇ ਸੰਸਾਰ ਵਿੱਚ ਭਰਮਾਇਆ ਜਾਂਦਾ ਹੈ। ਜਦੋਂ ਇਸ ਮਾਇਆ ਵੱਲੋਂ ਪਿੱਛੇ ਹੋ ਗਏ ਤਾਂ ਸਾਧ ਸੰਗਤ ਸੂਰਜ ਤਪੈ, ਹਿਰਦੇ ਦੇ ਵਿੱਚ ਵਾਹਿਗੁਰੂ ਦੇ ਅਪਰੋਖ ਗਿਆਨ ਦਾ ਸੂਰਜ ਤਪ ਜਾਂਦਾ ਹੈ। ਸਖਿਆਤ ਕਰ ਸਭ ਕੁਝ ਸਾਹਮਣੇ ਦਿਸਦਾ ਹੈ। ਜਿਵੇਂ ਭਗਤ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੈ ਤਾਂ ਸਭ ਕੁਝ ਪਰਮਾਤਮਾ ਹੀ, ਪਰ ਜੀਵ ਹਉਮੈ ਕਰਕੇ ਪਰਮਾਤਮਾ ਤੋਂ ਭੁੱਲਿਆ ਹੋਇਆ ਹੈ। ਜਦੋਂ ਮਾਇਆ ਪਿੱਛੇ ਕਰ ਦਿੱਤੀ, ਮਾਇਆ ਤਿਆਗ ਦਿੱਤੀ, ਤਦੋਂ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਹੋ ਜਾਂਦਾ ਹੈ ਤੇ ਅਪਰੋਖ ਗਿਆਨ ਰੂਪ ਸੂਰਜ ਤਪ ਆਉਂਦਾ ਹੈ। ਮੇਰ ਦੰਦ ਸਿਰ ਉੱਪਰ ਵਸੈ। ਜਿਹੜਾ ਦੰਡ ਕਹਿੰਦੇ ਨੇ ਸਰੀਰਾਂ ਨੂੰ, ਸਾਰੇ ਸਰੀਰਾਂ ਦਾ ਸਿਰ ਨਾਮ ਹੈ ਸ਼੍ਰੋਮਣੀ, ਉਹ ਹੈ ਮੇਰ ਪ੍ਰਭੂ ਪਰਮਾਤਮਾ। ਜਦੋਂ ਉਸ ਦੇ ਨਾਲ ਮਿਲ ਗਏ ਤਾਂ ਉਸ ਪਰਮਾਤਮਾ ਦੇ ਨਾਲ ਉੱਪਰ ਵਸੈ, ਉੱਪਰ ਹੀ ਉਤਕ੍ਰਿਸ਼ਟ ਹੋ ਕਰਕੇ, ਸੰਸਾਰ ਤੋਂ ਉਪਰਾਮ ਹੋ ਕਰਕੇ ਇਹ ਜੀਵ ਵਾਹਿਗੁਰੂ ਦੇ ਨਾਲ ਵਸ ਜਾਂਦਾ ਹੈ। ਇਸ ਮਨ ਦਾ ਪਰਮਾਤਮਾ ਦੇ ਵਿੱਚ ਅਭੇਦਤਾ ਬਣ ਜਾਂਦੀ ਹੈ। ਪਛਮ ਦੁਆਰੇ ਕੀ ਸਰ ਓੜ। ਸਤਿਗੁਰੂ ਕਹਿੰਦੇ ਭਾਈ ਜਿਹੜੀ ਮਾਇਆ ਹੈ ਨਾ, ਦੁਆਰਾ ਇਸ ਸੰਸਾਰ ਦਾ ਪਿੱਛਾ, ਉਹਦੇ ਉੱਪਰ ਸੈੱਲ ਕਿਹੜੀ ਹੈ? ਅਸਥੂਲ ਵਾਸ਼ਨਾ। ਜਿਹੜੀ ਸਰੀਰ ਦੀ ਅਸਥੂਲ ਵਾਸ਼ਨਾ ਹੈ, ਇੱਕ ਤਾਂ ਅਸਥੂਲ ਵਾਸ਼ਨਾ ਹੁੰਦੀ ਹੈ, ਇੱਕ ਸੂਖਮ ਵਾਸ਼ਨਾ ਹੁੰਦੀ ਹੈ। ਇੱਕ ਤਾਂ ਸਾਧ ਸੰਗਤ ਜਿਹੜੇ ਬਾਹਰੋਂ ਪਦਾਰਥ ਦਿਸਦੇ ਨੇ, ਇਹਨਾਂ ਦੀ ਪ੍ਰਾਪਤੀ ਦੀ ਵਾਸ਼ਨਾ, ਤੇ ਇੱਕ ਸੂਖਮ ਵਾਸ਼ਨਾ, ਇਹਨਾਂ ਨੂੰ ਭੋਗਣ ਦੀ ਵਾਸ਼ਨਾ। ਤਾਂ ਇਸ ਤਰ੍ਹਾਂ ਜਿਹੜੀ ਅਸਥੂਲ ਵਾਸ਼ਨਾ ਹੈ, ਇਹ ਓੜ ਨਾਮ ਉੱਡ ਜਾਂਦੀ ਹੈ ਪਸ਼ਚਿਮ ਦੁਆਰੇ, ਜਦੋਂ ਮਾਇਆ ਨੂੰ ਪਿੱਛੇ ਕਰ ਦਿੱਤਾ। ਮਹਾਰਾਜ ਕਹਿੰਦੇ ਇਸ ਅਸਥੂਲ ਵਾਸ਼ਨਾ ਦੇ ਉੱਪਰ ਇੱਕ ਹੋਰ ਜਿਹੜੀ ਸੂਖਮ ਵਾਸ਼ਨਾ ਹੈ, ਉਹ ਖਿੜਕੀ ਦੀ ਨਿਆਈ ਹੈ। ਖਿੜਕੀ ਉੱਪਰ 10ਵਾਂ ਦੁਆਰ। ਜਦੋਂ
ਇਸ ਸੂਖਮ ਵਾਸ਼ਨਾ ਤੋਂ ਉੱਪਰ ਹੋ ਗਏ, ਉੱਤੇ ਹੋ ਗਏ, ਇਹ ਵੀ ਤਿਆਗ ਦਿੱਤੀ, ਤਾਂ ਜਿਹੜਾ ਇਹ ਸੰਸਾਰ ਹੈ ਇਹਦਾ ਪ੍ਰਕਾਸ਼ ਚੇਤਨ ਹੀ ਹੈ ਨਾ। ਜੋ 10ਵਾਂ ਦੁਆਰ ਜਿੱਥੇ ਚੇਤਨ ਦੀ ਲਾਟ ਹੈ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਉਸ ਦਾ ਵਾਸਾ ਹੈ ਭਾਈ, ਤੇ ਉੱਥੇ ਜੀਵ ਉਸ ਦੇ ਨਾਲ ਮਿਲ ਜਾਂਦਾ ਹੈ। 10ਵਾਂ ਦੁਆਰ ਜੋ 10ਵਾਂ ਦਰਵਾਜ਼ਾ ਹੈ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਮੰਨਿਆ ਜਾਂਦਾ ਹੈ, ਤਾਂ ਜਦੋਂ ਸੂਖਮ ਵਾਸਨਾ ਤੋਂ ਜੀਵ ਪਾਸੇ ਹੋ ਜਾਵੇ, ਉੱਪਰ ਹੋ ਜਾਵੇ, ਤਾਂ ਉਸ ਦੇ ਤਾਈਂ 10ਵਾਂ ਦੁਆਰ ਲੱਭ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਕਹੇ ਕਬੀਰ ਤਾ ਕਾ ਅੰਤ ਨਾ ਪਾਰ। ਭਗਤ ਕਬੀਰ ਜੀ ਕਹਿੰਦੇ ਭਾਈ ਉਸ ਚੇਤਨ ਪਰਮਾਤਮਾ ਪ੍ਰਭੂ ਦਾ ਨਾ ਹੀ ਕੋਈ ਅੰਤ ਹੈ, ਨਾ ਹੀ ਕੋਈ ਪਾਰ ਹੈ, ਉਹਦਾ ਉਰਲਾ ਪਰਲਾ ਕਿਨਾਰਾ ਨਹੀਂ ਹੈ, ਉਹ ਪਰਮਾਤਮਾ ਬੇਅੰਤ ਹੈ। ਇਸ ਤਰ੍ਹਾਂ ਭਗਤ ਜੀ ਨੇ ਸਾਧ ਸੰਗਤ ਇਸ ਸ਼ਬਦ ਵਿੱਚ ਸਾਨੂੰ ਉਪਦੇਸ਼ ਬਖਸ਼ਿਆ। ਹੁਣ ਭਗਤ ਕਬੀਰ ਜੀ ਦੇ ਕੋਲ ਇੱਕ ਕਾਜੀ ਚੱਲ ਕੇ ਆਇਆ, ਇੱਕ ਮੁਲਾਣਾ ਤੇ ਇੱਕ ਜੋਗੀ। ਇਹਨਾਂ ਦੇ ਤਾਈਂ ਭਗਤ ਕਬੀਰ ਜੀ ਹੁਣ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਮੁੱਲਾ ਜੋ ਮਨ ਸਿਉ ਰੜੈ। ਮੁੱਲਾ ਕਹਿਣ ਲੱਗਿਆ ਜੀ ਮੇਰਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ, ਮਸੀਤ ਦੇ ਵਿੱਚ ਸਿੱਖਿਆ ਦੇਣੀ ਬੱਚਿਆਂ ਦੇ ਤਾਈਂ, ਜਾਂ ਬਾਗ ਦੇਣੀ ਸਾਧ ਸੰਗਤ। ਪਰ ਭਗਤ ਜੀ ਕਹਿੰਦੇ ਸੋ ਮੁੱਲਾ ਜੋ ਮਨ ਸਿਉ ਲੜੈ। ਭਾਈ ਸਾਡੇ ਵਿਚਾਰ ਅਨੁਸਾਰ ਤਾਂ ਉਹ ਮੁੱਲਾ ਹੈ ਜਿਹੜਾ ਮਨ ਦੇ ਨਾਲ ਲੜਦਾ, ਮਨ ਦੇ ਨਾਲ ਝਗੜਾ ਕਰਦਾ। ਸਾਧ ਸੰਗਤ ਜਦੋਂ ਅੰਤਰਮੁਖ ਬਿਰਤੀ ਹੋ ਜਾਂਦੀ ਹੈ, ਤਾਂ ਜੀਵ ਦੇ ਅੰਦਰ ਇਹਦਾ ਜਿਹੜਾ ਮਨ ਹੈ ਨਾ, ਅੰਦਰ ਚੱਲਣ ਲੱਗ ਜਾਂਦਾ ਹੈ, ਤੇ ਅੰਦਰ ਜਾਂਦਿਆਂ ਇਹਦੇ ਮਨ ਦੇ ਵਿੱਚ ਜਿਹੜੀ ਸੂਖਮ ਵਾਸ਼ਨਾ ਹੈ ਉਹ ਇਸ ਦੇ ਤਾਈਂ ਸੰਸਾਰ ਵੱਲ ਖਿੱਚਦੀ ਹੈ। ਦੂਜੇ ਪਾਸੇ ਜਿਹੜਾ ਮਨ ਹੈ ਉਹ ਆਤਮਿਕ ਰਸ ਵਾਲੇ ਪਾਸੇ ਤੁਰਦਾ ਹੈ। ਇੱਕ ਪਾਸੇ ਸਰੀਰਕ ਰਸ ਹਨ, ਉਹ ਆਪਣੇ ਵੱਲ ਖਿੱਚਦੇ ਨੇ, ਤੇ ਦੂਜੇ ਪਾਸੇ ਨਾਮ ਦਾ ਰਸ ਹੈ ਜਿਸ ਨੇ ਇਸ ਦੇ ਤਾਈਂ ਅੰਤਰਮੁਖ ਕੀਤਾ, ਉਹ ਸਾਧਨ ਹਨ। ਇਸ ਤਰ੍ਹਾਂ ਮਨ ਦਾ ਫਿਰ ਝਗੜਾ ਹੁੰਦਾ ਹੈ। ਇੱਕ ਪਾਸੇ ਤਾਂ ਮਨ ਮਾਇਆ ਨੂੰ ਚਾਹੁੰਦਾ ਹੈ ਕਿ ਮੈਨੂੰ ਮਾਇਆ ਮਿਲੇ, ਮੈਨੂੰ ਪਦਾਰਥ ਮਿਲਣ, ਮੈਨੂੰ ਸੁੱਖ ਮਿਲਣ। ਦੂਜੇ ਪਾਸੇ ਮਨ ਬੰਦਗੀ ਵਾਲੇ ਪਾਸੇ ਵੀ ਜਾਣਾ ਚਾਹੁੰਦਾ ਹੈ, ਰਸ ਲੈਂਦਾ ਹੈ, ਸੁੱਖ ਲੈਂਦਾ ਹੈ ਕਿ ਨਹੀਂ ਇਹ ਝੂਠੇ ਹਨ, ਇਹ ਤਿਆਗਣੇ ਚੰਗੇ ਨੇ, ਇਹਨਾਂ ਵਿੱਚੋਂ ਕਿਸੇ ਨੇ ਸੁੱਖ ਨਹੀਂ ਪਾਇਆ, ਇਹ ਚੰਚਲ ਕਰ ਦਿੰਦੇ ਹਨ। ਉਸ ਸਮੇਂ ਮਨ ਜਿਹੜਾ ਹੈ ਉਹ ਦੁਬਿਧਾ ਵਿੱਚ ਫਸ ਜਾਂਦਾ ਹੈ। ਤਾਂ ਭਗਤ ਜੀ ਕਹਿੰਦੇ ਜਿਹੜਾ ਮਨ ਦੇ ਨਾਲ ਝਗੜੇ ਲੜਾਈ ਕਰੇ ਤੇ ਜਿੱਤ ਪ੍ਰਾਪਤ ਕਰ ਲੇ, ਉਹ ਭਾਈ ਸਾਡੀ ਨਿਗਾਹ ਵਿੱਚ ਮੁੱਲਾ ਹੈ। ਜਿੱਥੇ ਮਹਾਰਾਜ ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਪਹਿਲਾਂ ਮਨ ਦੇ ਨਾਲ ਝਗੜਾ ਚੱਲਦਾ, ਮਨ ਦੇ ਵਿੱਚ ਗੁਣ ਤੇ ਔਗਣ ਲੜਦੇ ਨੇ, ਮਨ ਦੇ ਵਿੱਚ ਬੁਰਾ ਤੇ ਚੰਗਾ ਸੁਭਾਅ ਲੜਦਾ ਹੈ। ਮਨ ਦੀਆਂ ਪਹਿਲਾਂ ਵਾਲੀਆਂ ਜਿਹੜੀਆਂ ਰੁਚੀਆਂ ਹੁੰਦੀਆਂ ਨੇ, ਪਹਿਲਾਂ ਵਾਲਾ ਸੁਭਾਅ ਹੁੰਦਾ, ਉਹ ਮਨ ਤਿਆਗਦਾ ਨਹੀਂ। ਤੇ ਦੂਜੇ ਪਾਸੇ ਜਿਹੜਾ ਚੇਤਨ ਹੈ, ਅੰਦਰ ਹੀ ਆਤਮਾ ਹੈ, ਇਸ ਨੂੰ ਚਾਨਣ ਦਿੰਦਾ। ਇਸ ਤਰ੍ਹਾਂ ਮਨ ਦੇ ਨਾਲ ਮਨ ਦਾ ਹੀ ਝਗੜਾ ਚੱਲ ਪੈਂਦਾ ਅੰਦਰ ਹੀ। ਜਿੱਥੇ ਭਗਤ ਕਬੀਰ ਜੀ ਕਹਿੰਦੇ ਝਗੜਾ ਏਕ ਨਿਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਹੇ ਪ੍ਰਭੂ ਮੇਰੇ ਜੀਵਨ ਦਾ ਇਹ ਝਗੜਾ ਨਿਬੇੜ ਦੇ। ਪਹਿਲਾਂ ਜੀਵ ਬਾਹਰ ਲੜਦਾ ਰਹਿੰਦਾ। ਦੇਖੋ ਅਸੀਂ ਦੇਖਦੇ ਹਾਂ ਕਿਤੇ ਕਿਹਦਾ ਕਿਸੇ ਨਾਲ ਰੌਲਾ ਚੱਲੀ ਜਾਂਦਾ, ਕਿਤੇ ਕਿਹੜਾ ਕਿਹਦੇ ਨਾਲ ਲੜੀ ਜਾਂਦਾ, ਮੁਕੱਦਮੇ ਚੱਲੀ ਜਾਂਦੇ ਨੇ।
ਜਦੋਂ ਕੋਈ ਪਰਮਾਤਮਾ ਦਾ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਤਾਂ ਉਹਦੇ ਬਾਹਰੋਂ ਝਗੜੇ ਖਤਮ ਹੋ ਜਾਂਦੇ ਨੇ, ਪਰ ਉਹਦੇ ਅੰਦਰ ਝਗੜਾ ਸ਼ੁਰੂ ਹੋ ਜਾਂਦਾ ਹੈ। ਉਹਦਾ ਮਨ ਦੇ ਨਾਲ ਝਗੜਾ ਸ਼ੁਰੂ ਹੋ, ਉਹ ਬਾਹਰ ਨਹੀਂ ਲੜਦਾ, ਬਾਹਰ ਸਾਰਿਆਂ ਨੂੰ ਪਿਆਰ ਕਰਦਾ, ਸਤਿਕਾਰ ਕਰਦਾ, ਉਹਦਾ ਬਾਹਰ ਕਿਸੇ ਨਾਲ ਝਗੜਾ ਨਹੀਂ, ਪਰ ਅੰਦਰ ਉਹਦੇ ਝਗੜਾ ਪੈਦਾ ਹੋ ਜਾਂਦਾ ਹੈ। ਹੁਣ ਜਦੋਂ ਅੰਦਰਲਾ ਝਗੜਾ ਨਿਬੜ ਜਾਵੇ ਤਾਂ ਫਿਰ ਮਹਾਰਾਜ ਕਹਿੰਦੇ ਮਨ ਹੀ ਨਾਲ ਸੱਥ, ਮਨ ਦੇ ਨਾਲ ਸੱਥ ਬਣ ਜਾਂਦੀ ਹੈ, ਬੈਠਣਾ ਪ੍ਰੇਮ। ਮਨ ਕਹਿੰਦਾ ਵੀ ਇੱਥੇ ਠੀਕ ਹੈ। ਮਨ ਦੀਆਂ ਜਿਹੜੀਆਂ ਵਾਸਨਾ ਨੇ ਉਹ ਜੀਵ ਤੇ ਜ਼ੋਰ ਪਾਈ ਰੱਖਦੀਆਂ ਨੇ, ਪਰ ਇਹ ਕਮਜ਼ੋਰ ਹੋ ਜਾਂਦੀਆਂ ਇੱਥੇ ਆ ਕਰਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਮਨ ਦੇ ਨਾਲ ਲੜਦਾ ਹੈ ਉਹ ਸਾਡੇ ਵਾਸਤੇ ਮੁੱਲਾ ਹੈ। ਉਹੀ ਅਸੀਂ ਮੁਲਾਣਾ ਸਮਝਿਆ ਜਿਹਨੇ ਆਪਣੇ ਮਨ ਦੇ ਸੰਕਲਪਾਂ ਨੂੰ, ਬੁਰੇ ਸੰਕਲਪਾਂ ਨੂੰ ਪਿੱਛੇ ਧੱਕ ਦਿੱਤਾ ਹੈ। ਆਪਣੇ ਅੰਦਰੋਂ ਔਗਣਾਂ ਨੂੰ ਮੇਟਣ ਵਾਸਤੇ ਦਿਨ ਰਾਤ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ, ਬੇਨਤੀਆਂ ਕਰਦਾ ਹੈ, ਜਪ ਤਪ ਕਰਦਾ ਹੈ, ਸੇਵਾ ਕਰਦਾ ਹੈ, ਉਹ ਸਾਡੇ ਵਾਸਤੇ ਮੁੱਲਾ ਹੈ। ਗੁਰ ਉਪਦੇਸ਼ ਕਾਮ ਸਿਉ ਜੁਰੈ। ਜਿਸ ਨੇ ਗੁਰ ਉਪਦੇਸ਼, ਆਪਣੇ ਗੁਰਾਂ ਦਾ ਉਪਦੇਸ਼ ਧਾਰਨ ਕਰਕੇ ਕਾਲ ਸਿਉ ਜੁਰੈ, ਕਾਲ ਦੇ ਨਾਲ ਜੂਝਣਾ ਕੀਤਾ, ਮੁਕਾਬਲਾ ਕੀਤਾ। ਕਾਲ ਨਾਮ ਮੌਤ ਦਾ, ਮੌਤ ਦੇ ਨਾਲ ਮੁਕਾਬਲਾ ਕਰਦਾ ਹੈ। ਹੁਣ ਮੌਤ ਤੋਂ ਜੀਵ ਡਰਦਾ ਹੈ ਨਾ, ਸਹਿਮਿਆ ਹੋਇਆ ਜਦੋਂ ਮੌਤ ਦਾ ਨਾਮ ਲਈਏ ਤਾਂ ਸਾਧ ਸੰਗਤ ਜਿਹੜੇ ਪੂਰਨ ਪੁਰਖ ਹੁੰਦੇ ਨੇ ਉਹ ਮੌਤ ਨੂੰ ਸੱਚ ਜਾਣ ਲੈਂਦੇ। ਜਿੱਥੇ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਭਗਤ ਰਵਿਦਾਸ ਜੀ ਕਹਿੰਦੇ ਜੋ ਦਿਨ ਆਵੈ ਸੋ ਦਿਨ ਜਾਈ, ਕਰਨਾ ਕੋਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਊਪਨ ਮਰਨਾ। ਮੌਤ ਤੋਂ ਡਰਦੇ ਨਹੀਂ, ਮੌਤ ਦੀ ਗੱਲ ਕਰਦੇ ਨੇ, ਮੌਤ ਦੀ ਵਿਚਾਰ ਕਰਦੇ ਨੇ ਕਿ ਇੱਕ ਦਿਨ ਮਰਨਾ ਹੈ, ਪਰ ਮਰਨਾ ਸਫਲ ਕਰਨਾ ਹੈ। ਕਿਆ ਜਾਣਾ ਕੈ ਮਰਹਿਗੇ, ਕੈਸਾ ਮਰਨਾ ਹੋਏ, ਜੇਕਰ ਸਾਹੇ ਮਨ ਹੋਣਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਉਹ ਪਰਮਾਤਮਾ ਨਾ ਭੁੱਲੇ, ਮੌਤ ਸੌਖੀ ਹੈ। ਜਿਹੜਾ ਮੌਤ ਦੇ ਨਾਲ ਲੜਦਾ ਹੈ, ਜਿਹਨੇ ਸੰਸਾਰ ਨੂੰ ਅਸਤ ਤੇ ਪਰਮਾਤਮਾ ਨੂੰ ਸਤ ਜਾਣਿਆ, ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਆਪਣੇ ਅੰਦਰ ਦੀ ਵਿਚਾਰ ਕਰਦਾ ਹੈ ਔਰ ਇਹਨਾਂ ਪਦਾਰਥਾਂ ਨੂੰ ਝੂਠੇ ਜਾਣ ਕੇ ਇਹਨਾਂ ਦੇ ਪਿੱਛੇ ਦੌੜਿਆ ਨਹੀਂ ਫਿਰਦਾ। ਉਸ ਨੂੰ ਪਤਾ ਹੈ ਕਿ ਇਹ ਇੱਕ ਦਿਨ ਛੱਡ ਦੇਣੇ ਨੇ, ਔਰ ਕਦੋਂ ਛੱਡਣੇ ਨੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਜਿੱਥੇ ਭਗਤ ਕਬੀਰ ਜੀ, ਭਗਤ ਫਰੀਦ ਜੀ ਕਹਿੰਦੇ ਚਿੱਤ ਦਿਹਾੜੈ ਧਨ ਵਰੀ, ਸਾਹੇ ਲਈ ਲਿਖਾਹੇ, ਮਾਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਨੀ ਕੱਢੀਐ ਹੱਡਾਂ ਕੂਕੜ ਕਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਤਾਂ ਇਸ ਤਰ੍ਹਾਂ ਜਿਹਨੇ ਮੌਤ ਨਾਲ ਲੜ ਲੈਣਾ ਕੀਤਾ। ਹੁਣ ਮੌਤ ਤਾਂ ਆਉਣੀ ਉਦੋਂ ਹੀ ਹੈ ਨਾ ਜਦੋਂ ਪਰਮਾਤਮਾ ਨੇ ਲਿਖੀ ਹੈ, ਤੇ ਜੇ ਅਸੀਂ ਮੌਤ ਦੀਆਂ ਗੱਲਾਂ ਕਰ ਲਾਂਗੇ ਜਾਂ ਸੁਣ ਲਾਂਗੇ ਤਾਂ ਸਾਨੂੰ ਮੌਤ ਥੋੜ੍ਹੀ ਪੈ ਜਾਵੇਗੀ। ਇਹ ਤਾਂ ਮਹਾਰਾਜ ਕਹਿੰਦੇ ਜਦੋਂ ਤੇਰੇ ਸਿਰ ਤੇ ਲਿਖਿਆ ਹੋਇਆ, ਭਾਵੇਂ ਉਹ ਅਜੇ 50 ਸਾਲ ਵੀ ਤੇ ਭਾਵੇਂ ਉਹ 50 ਮਿੰਟ ਵੀ ਨਾ ਹੋਣ, ਇਸ ਦਾ ਨਹੀਂ ਪਤਾ, ਪਰ ਆਪਣੇ ਮਨ ਨੂੰ ਸੱਚ ਦੇ ਨਾਲ ਜੋੜ ਕੇ ਰੱਖ, ਤਿਆਰ ਰਹਿ। ਜਿਵੇਂ ਸੂਰਮਾ ਤਿਆਰ ਹੁੰਦਾ ਹੈ ਨਾ, ਹਰ ਸਮੇਂ ਵੀ ਜਦੋਂ ਮਰਜ਼ੀ ਯੁੱਧ 'ਚ ਉਹਨੂੰ ਆਵਾਜ਼ ਮਾਰ ਲਈ ਜਾਵੇ, ਉਹ ਤਿਆਰ ਹੁੰਦਾ ਹੈ, ਉਹਦੇ ਕੋਲ ਅਭਿਆਸ ਹੁੰਦਾ ਹੈ ਸ਼ਾਸਤਰਾਂ ਦਾ, ਉਹਨੂੰ ਦੁਸ਼ਮਣ ਨਾਲ ਲੜਨ ਵਾਸਤੇ, ਵੈਰੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਪਤਾ ਹੁੰਦਾ ਹੈ। ਤਾਂ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੀ ਮੌਤ ਹੈ ਉਸ ਨੂੰ ਗੁਰੂ ਦੇ ਉਪਦੇਸ਼ ਦੇ ਨਾਲ ਜੂਝਣਾ ਕਰ। ਉਹਦੇ ਨਾਲ ਮੌਤ ਦਾ ਦਿਲ 'ਚੋਂ ਡਰ ਕੱਢ ਦੇ ਕਿ ਇੱਥੇ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਨਹੀਂ ਰਹੇ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ।
ਇੱਥੇ ਰਾਜੇ ਰਾਣਿਆਂ ਦੀ ਕੀ ਗੱਲ? ਗੁਰੂ ਪਾਤਸ਼ਾਹ ਕਹਿੰਦੇ ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਕੋਏ। ਮਹਾਰਾਜ ਕਹਿੰਦੇ ਇੱਥੇ ਟਿਕਿਆ ਰਹਿਣ ਵਾਲਾ ਇੱਕ ਪਰਮਾਤਮਾ ਹੀ ਹੈ। ਮੁਕਾਮ ਟਿਕਿਆ ਹੋਇਆ, ਸਦਾ ਰਹਿਣ ਵਾਲਾ। ਇੱਥੇ ਆ ਜਿਹੜਾ ਸੂਰਜ ਹੈ ਇਹ ਵੀ ਦਿਨੋਂ ਦਿਨ ਘਟ ਰਿਹਾ। ਇਹ ਦਿਨ ਵੀ ਜਾਂਦੇ ਨੇ, ਕੱਲ ਦਾ ਦਿਨ ਬਤੀਤ ਹੋ ਗਿਆ, ਨਵਾਂ ਦਿਨ ਚੜ੍ਹੇਗਾ। ਰਾਤ ਚਲੀ ਗਈ, ਚੰਦਰਮਾ ਵੀ ਜਾ ਰਿਹਾ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ। ਤਾਰੇ ਵੀ ਅੱਖਾਂ ਦੇ ਸਾਹਮਣੇ ਖਤਮ ਹੋ ਜਾਂਦੇ ਨੇ, ਪਲੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਗੁਰੂ ਦਾ ਉਪਦੇਸ਼ ਲੈ ਕਰਕੇ ਕਾਲ ਜਿਹੜੀ ਮੌਤ ਹੈ ਉਹਦੇ ਨਾਲ ਜੂਝਣਾ ਕਰੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ, ਜਤ ਅੰਤ ਪਛੁਤਾਈ ਹੈ। ਆਪਣੇ ਮਨ ਨੂੰ ਹੌਲੀ ਹੌਲੀ ਸਹਿਜੇ ਸਹਿਜੇ, ਅਸੀਂ ਰੋਜ਼ਾਨਾ ਬਾਣੀ ਕਿਉਂ ਪੜ੍ਹਦੇ ਹਾਂ? ਕਿ ਸਹਿਜੇ ਸਹਿਜੇ ਸਾਡਾ ਮਨ ਸਮਝ ਜੇ, ਇਹਨੂੰ ਸਮਝ ਪੈ ਜਾਵੇ, ਭੁੱਲੇ ਹੋਏ ਨੂੰ ਯਾਦ ਆ ਜੇ ਉਸ ਪਰਮਾਤਮਾ ਦੀ। ਤਾਂ ਇਸ ਨੂੰ ਪਰਮਾਤਮਾ ਵਾਲੇ ਪੈਸੇ ਲੈ ਕੇ ਜਾਣਾ, ਸਹਿਜੇ ਸਹਿਜੇ ਸੱਚ ਨਾਲ ਜੋੜਨਾ ਹੈ। ਗੁਰ ਉਪਦੇਸ਼ ਕਾਲ ਸਿਓ ਜੁਰੈ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕਰਕੇ ਜਿਹੜਾ ਕਾਲ ਹੈ, ਮੌਤ ਹੈ, ਉਸ ਦੇ ਨਾਲ ਜੂਝਣਾ ਕਰੇ। ਕਾਲ ਪੁਰਖ ਕਾ ਮਰਤੈ ਮਾਨ। ਕਾਲ ਪੁਰਖ ਕੌਣ ਹੈ? ਧਰਮ ਰਾਜਾ, ਜਿਹੜਾ ਸਾਰੇ ਜੀਵਾਂ ਦਾ ਕਾਲ ਕਰਨ ਵਾਲਾ ਹੈ। ਧਰਮ ਰਾਜੇ ਕੋਲ ਜੀਵ ਦਾ ਕਰਮਾਂ ਦਾ ਹਿਸਾਬ ਹੁੰਦਾ ਹੈ। ਤੇ ਦੇਖੋ ਜਦੋਂ ਸਮਾਂ ਆ ਜਾਂਦਾ ਹੈ ਉਦੋਂ ਹੀ ਹੁਕਮ ਭੇਜ ਦਿੰਦਾ ਵੀ ਲੈ ਆਓ, ਚੱਕ ਲਿਆਓ। ਹੁਣ ਭਾਵੇਂ ਕੁਝ ਕਰਦਾ ਹੋਵੇ, ਭਾਵੇਂ ਬੱਚਾ ਹੋਵੇ, ਜਵਾਨ ਹੋਵੇ, ਬਜ਼ੁਰਗ ਹੋਵੇ, ਕਿੰਨੀਆਂ ਵੀ ਖੁਸ਼ੀਆਂ ਮਨਾਈ ਜਾਂਦਾ ਹੋਵੇ, ਤਾਂ ਜਿਹੜਾ ਕਾਲ ਪੁਰਖ ਹੈ ਨਾ, ਜਮ ਰਾਜਾ, ਉਹ ਕਿਸੇ ਨੂੰ ਬਖਸ਼ਦਾ ਨਹੀਂ। ਕਿਉਂ? ਮਹਾਰਾਜ ਕਹਿੰਦੇ ਆਈ ਨਾ ਮੇਟਣ ਕੋ ਸਮਰੱਥ। ਜਦੋਂ ਆ ਗਈ ਨਾ ਉਦੋਂ ਕੋਈ ਮੇਟ ਨਹੀਂ ਸਕਦਾ। ਉਸ ਕਾਲ ਪੁਰਖ ਜਮ ਰਾਜੇ ਦਾ ਜਿਹੜਾ ਮਾਨ ਹੈ ਵੀ ਉਹ ਸਾਰਿਆਂ ਨੂੰ ਚੱਕ ਕੇ ਲੈ ਜਾਂਦਾ, ਉਹਨੂੰ ਮਲ ਦਵੇ। ਉਹਦਾ ਜਿਹੜਾ ਇਹ ਬਣਿਆ ਹੋਇਆ ਨਾ ਕਿ ਜੀਵਾਂ 'ਤੇ ਉਹ ਆਪਣਾ ਹੁਕਮ ਚਲਾਉਂਦਾ, ਉਸ ਮਾਨ ਨੂੰ ਖਤਮ ਕਰ ਦਵੇ। ਬੰਦਗੀ ਕਰਕੇ, ਨਾਮ ਜਪ ਕੇ। ਕਿਉਂ? ਧਰਮ ਰਾਜਾ ਵੀ ਪ੍ਰਭੂ ਦੇ ਪਿਆਰਿਆਂ ਦਾ ਸਤਿਕਾਰ ਕਰਦਾ ਹੈ। ਧਰਮ ਰਾਜਾ ਜੀਵਾਂ ਨੂੰ ਲੈਣ ਵਾਸਤੇ ਜਮ ਨੂੰ ਭੇਜਦਾ ਹੈ। ਜਿੱਥੇ ਸਤਿਗੁਰੂ ਕਹਿੰਦੇ ਆਏ ਕਠਨ ਦੂਤ ਜਮ ਲੈਣਾ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤੈ ਖੱਟਿਆ ਕਾਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਤਾਂ ਇਹ ਧਰਮ ਰਾਜਾ ਭੇਜਦਾ ਹੈ ਜਮਦੂਤਾਂ ਦੇ ਤਾਈਂ। ਪਰ ਮਹਾਰਾਜ ਕਹਿੰਦੇ ਫਿਰ ਉਹ ਜਮਦੂਤ ਲੈਣ ਨਹੀਂ ਆਉਂਦੇ। ਫਿਰ ਪਰਮਾਤਮਾ ਦੇ ਪਿਆਰਿਆਂ ਨੂੰ ਕੌਣ ਲੈਣ ਵਾਸਤੇ ਆਉਂਦਾ ਹੈ? ਰਾਮਗਣ, ਪ੍ਰਭੂ ਦੇ ਭਗਤ ਪਿਆਰੇ। ਤਾਂ ਜਿਹੜਾ ਇਹ ਕਾਲ ਜਮ ਰਾਜੇ ਦਾ ਮਾਨ ਹੈ, ਇਸ ਨੂੰ ਖਤਮ ਕਰ ਦੇ, ਇਸ ਦੇ ਡਰ ਨੂੰ ਆਪਣੇ ਅੰਦਰੋਂ ਨਾਸ਼ ਕਰ ਦੇ ਨਾ ਕਰੇ। ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ ਸਦਾ ਸਲਾਮ। ਉਸ ਮੁੱਲਾਂ ਦੇ ਤਾਈਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਦਾ ਹੀ ਸਾਡੀ ਸਲਾਮ ਹੈ, ਨਮਸਕਾਰ ਹੈ। ਭਗਤ ਜੀ ਕਹਿੰਦੇ ਉਹ ਮੁੱਲਾ ਸਾਡੇ ਵਾਸਤੇ ਸਦਾ ਸਲਾਮਤ ਹੈ, ਸਥਿਤ ਹੈ, ਉਹ ਸਦਾ ਰਹਿਣ ਵਾਲਾ ਹੈ। ਭਾਈ ਪਰਮਾਤਮਾ ਤਾਂ ਸਾਡੇ ਸਦਾ ਹੀ ਨੇੜੇ ਹੈ, ਹਜੂਰ ਹੈ, ਨੇੜੇ ਤੋਂ ਨੇੜੇ। ਕਤ ਦੂਰ ਬਿਤਾਵਹੁ, ਤੁਸੀਂ ਕਾਹਦੇ ਵਾਸਤੇ ਦੂਰ ਕਹਿੰਦੇ ਹੋ ਕਿ ਸਤਵੇਂ ਆਕਾਸ਼ ਵਿੱਚ ਪਰਮਾਤਮਾ ਹੈ? ਨਹੀਂ,
ਉਹ ਤਾਂ ਸਦਾ ਹੀ ਨੇੜੇ ਹੈ। ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ, ਉਹ ਪਰਮਾਤਮਾ ਸਦਾ ਹੀ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਤੇ ਭਗਤ ਜੀ ਕਹਿੰਦੇ ਫਿਰ ਦੂਰ ਕਾਹਦੇ ਵਾਸਤੇ ਕਹੀ ਜਾਂਦੇ ਹੋ? ਦੁੰਦਰ ਬਾਦੋ ਸੁੰਦਰ ਪਾਵੋ। ਹਾਂ, ਜਿਹੜਾ ਤੁਹਾਡੇ ਮਨ ਦਾ ਝਗੜਾ ਹੈ ਨਾ, ਦੁੰਦਰ ਰੌਲਾ ਹੈ ਕਿ ਮਨ ਦੇਖੋ ਸੰਕਲਪ ਉਠਾਉਂਦਾ ਮੈਨੂੰ ਆਹ ਚਾਹੀਦਾ, ਤੇ ਉਸੇ ਸਮੇਂ ਹੀ ਦੌੜ ਪੈਂਦਾ। ਚੰਗੇ ਮਾੜੇ ਦੀ ਕੋਈ ਵਿਚਾਰ ਨਹੀਂ ਕਰਦਾ। ਚੰਗੇ ਮਾੜੇ ਨੂੰ ਦੇਖਣਾ, ਸੁਣਨਾ, ਖਾਣਾ, ਇਸ ਦੀ ਵਿਚਾਰ ਹੀ ਨਹੀਂ ਕਰਦਾ। ਜਿਹੜਾ ਮਨ ਹੈ ਇਹਦਾ ਕੰਮ ਹੈ ਫੁਰਨੇ ਦੇਣਾ, ਤੇ ਮਨ ਦੇ ਨਾਲ ਬੁੱਧੀ ਵਸਦੀ ਹੈ। ਬੁੱਧੀ ਨੇ ਵਿਚਾਰ ਕਰਨੀ ਹੁੰਦੀ ਹੈ ਵੀ ਇਹ ਜਿਹੜਾ ਮਨ ਦਾ ਫੁਰਨਾ ਹੈ ਚੰਗਾ ਹੈ ਕਿ ਮਾੜਾ ਹੈ, ਇਹ ਬੁਰਾ ਫੁਰਨਾ ਹੈ ਕਿ ਭਲਾ ਫੁਰਨਾ ਹੈ। ਬੁੱਧੀ ਨੇ ਵਿਚਾਰ ਕਰਨੀ ਹੈ ਤੇ ਅੱਗੇ ਉਸ ਫੁਰਨੇ ਨੂੰ ਪੂਰਾ ਕਰਨ ਵਾਸਤੇ ਰਾਹ ਪਾਉਣਾ ਹੈ, ਤੇ ਫਿਰ ਸਰੀਰ ਕਿਰਿਆ ਕਰਦਾ ਹੈ। ਇੱਥੇ ਬੁੱਧੀ ਵੀ ਜਿਹੜੀ ਹੈ ਮਨ ਦੇ ਨਾਲ ਮਿਲੀ ਹੋਈ ਹੈ। ਲੇਲੇ ਕੋ ਚੂਕੈ ਨਿਤ ਭੇੜ, ਜਿਵੇਂ ਭਗਤ ਕਬੀਰ ਜੀ ਕਹਿੰਦੇ ਨਾ, ਜਿਹੜੀ ਭੇਡ ਹੈ ਉਹਨੂੰ ਲੇਲਾ ਚੁੰਘਦਾ ਹੈ, ਪਰ ਹੁਣ ਜਿਹੜੀ ਹੈ ਭੇਡ ਹੀ ਲੇਲੇ ਨੂੰ ਚੁੰਘੀ ਜਾਂਦੀ ਹੈ। ਬੁੱਧੀ ਨੇ ਮਨ ਨੂੰ ਸਮਝਾਉਣਾ ਸੀ, ਪਰ ਬੁੱਧੀ ਹੀ ਮਨ ਦੇ ਪਿੱਛੇ ਤੁਰ ਪਈ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਜਿਹੜਾ ਮਨ ਦਾ ਝਗੜਾ ਪਿਆ ਹੋਇਆ ਹੈ ਅੰਦਰ ਰੌਲਾ, ਉਹਨੂੰ ਵੱਧ ਉਹ ਬੰਨਣਾ ਕਰੋ। ਮਨ ਨੂੰ ਆਪਣੇ ਅੰਦਰੋਂ ਸੰਕੋਚ ਲੈਣਾ ਕਰੋ। ਇਹਦੇ ਫੁਰਨਿਆਂ ਨੂੰ ਮੇਟ ਕਰਕੇ ਸ਼ਬਦ ਨਾਲ ਇਹਨੂੰ ਬੰਨ੍ਹ ਲਓ। ਸੁੰਦਰ ਪਾਵਹੁ, ਤਦੋਂ ਤੁਹਾਨੂੰ ਸੁੰਦਰ ਜੋ ਪਰਮਾਤਮਾ ਹੈ, ਸਤ ਚਿੱਤ ਆਨੰਦ ਸਰੂਪ, ਉਸ ਨੂੰ ਤੁਸੀਂ ਪਾ ਲਓਗੇ, ਪ੍ਰਾਪਤੀ ਹੋ ਜਾਵੇਗੀ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ, ਉਸ ਸੁੰਦਰ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਣਾ ਕਰੋਗੇ। ਕਾਜੀ ਸੋ ਜੋ ਕਾਇਆ ਵਿਚਾਰੈ। ਹੁਣ ਭਗਤ ਜੀ ਵਿਸ਼ਰਾਮ ਦੇ ਕੇ ਕਾਜੀ ਤੇ ਤਾਈਂ ਫਰਮਾਨ ਕਰਦੇ ਨੇ। ਭਾਈ ਸਾਡੇ ਨਿਗਾਹ ਦੇ ਵਿੱਚ ਸਾਡੇ ਮਰਤਬੇ ਅਨੁਸਾਰ ਉਹ ਕਾਜੀ ਹੈ ਜਿਹੜਾ ਆਪਣੇ ਕਾਇਆ ਨਾਮ ਸਰੀਰ ਦੀ ਵਿਚਾਰ ਕਰਦਾ। ਭਈ ਇਹ ਸਰੀਰ ਕਿਸ ਤਰ੍ਹਾਂ ਹੈ? ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ। ਇਹ ਸਰੀਰ ਕਿਸ ਤਰ੍ਹਾਂ ਦਾ ਹੈ? ਮਹਾਰਾਜ ਕਹਿੰਦੇ ਉਸ ਪਰਮਾਤਮਾ ਨੇ ਸਰੀਰ ਬਣਾਇਆ ਔਰ ਇਸ ਨੂੰ ਬੜੀ ਸੋਹਣੀ ਬਨਾਵਟ ਦਿੱਤੀ ਹੈ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ। ਆਪਣਾ ਆਪ ਹੀ ਪਰਮਾਤਮਾ ਨੇ ਇਸ ਸਰੀਰ ਅੰਦਰ ਰੱਖਿਆ ਹੋਇਆ ਹੈ। ਜੀਵ ਆਤਮਾ ਨੂੰ ਪਾਇਆ ਹੋਇਆ ਵਿੱਚ। ਅੱਖੀ ਦੇਖੈ ਜਿਹਬਾ ਬੋਲੇ ਕੰਨੀ ਸੁਰਤ ਸਮਾਈ। ਅੱਖਾਂ ਦੇ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਰਸਨਾ ਨਾਲ ਬੋਲੀ ਜਾਂਦਾ। ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੈ ਖਾਏ। ਪੈਰਾਂ ਨਾਲ ਚੱਲਦਾ, ਹੱਥਾਂ ਨਾਲ ਕੰਮ ਕਰਦਾ, ਔਰ ਜੋ ਪਰਮਾਤਮਾ ਦੇ ਰਿਹਾ ਇਹ ਖਾ ਰਿਹਾ ਹੈ। ਉਸ ਦਾ ਦਿੱਤਾ ਹੀ ਖਾਂਦੇ ਆ ਨਾ। ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਅੰਧ ਕਮਾਈ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਇਹਦੀ ਰਚਨਾ ਕੀਤੀ ਉਹਨੂੰ ਨਹੀਂ ਜਾਣਦਾ। ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਅੰਧ ਕਮਾਏ, ਤਾਂ ਇਹ ਅੰਨਾ ਹੈ ਔਰ ਅਗਿਆਨਤਾ ਕਮਾ ਰਿਹਾ। ਅੰਨਾ ਕਿਵੇਂ ਕਿਹਾ? ਜਿਸ ਮਨੁੱਖ ਕੋਲ ਨੇਤਰ ਨਹੀਂ ਉਸ ਨੂੰ ਕੁਝ ਦਿਸਦਾ ਨਹੀਂ। ਉਹ ਕਈ ਵਾਰ ਠੇਡੇ ਵੀ ਖਾਂਦਾ, ਟੋਏ ਵਿੱਚ ਵੀ ਡਿੱਗ ਪੈਂਦਾ,
ਰੋਂਦਾ ਵੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹਦੇ ਕੋਲ ਵਿਰਾਗ ਤੇ ਗਿਆਨ ਰੂਪ ਨੇਤਰ ਨਹੀਂ ਹੈ। ਜੇ ਤਾਂ ਵਿਰਾਗ ਹੁੰਦਾ ਤਾਂ ਸਾਹਮਣੇ ਸੰਸਾਰ ਨਾਸ ਹੋ ਰਿਹਾ, ਇਹਨੂੰ ਵਿਰਾਗ ਹੋ ਜਾਣਾ ਸੀ ਔਰ ਗਿਆਨ ਹੋ ਜਾਣਾ ਸੀ ਕਿ ਪਰਮਾਤਮਾ ਹੀ ਸੱਤ ਹੈ। ਪਰ ਇਹਨੇ ਜਾਣਿਆ ਹੀ ਨਹੀਂ। ਅੰਧਾ ਅੰਧ ਕਮਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਗੁਰੂ ਤੋਂ ਬਿਨਾਂ ਇਹਦੀ ਇੱਜ਼ਤ ਨਹੀਂ ਬਣ ਸਕਦੀ ਔਰ ਉਸ ਇੱਜ਼ਤ ਤੋਂ ਬਿਨਾਂ ਇਹ ਪਾਰ ਨਹੀਂ ਲੰਘ ਸਕਦਾ। ਜੇ ਗੁਰੂ ਕੋਲ ਆਵਾਂਗੇ ਤਾਂ ਸਾਨੂੰ ਸਤਿਗੁਰੂ ਸੰਜਮ ਦੱਸਦੇ ਨੇ, ਰਹਿਤ ਦੱਸਦੇ ਨੇ, ਜੁਗਤੀ ਦਿੰਦੇ ਨੇ ਨਾਮ ਜਪਣ ਦੀ, ਪਰਮਾਤਮਾ ਨਾਲ ਮਿਲਣ ਦੀ। ਸਤਿਗੁਰਾਂ ਨੇ ਵਿਰਾਗ ਵੀ ਦਿੱਤਾ ਹੈ, ਗਿਆਨ ਵੀ ਦਿੱਤਾ ਹੈ। ਗੁਰਬਾਣੀ ਅੰਦਰ ਕਿੰਨਾ ਬੇਅੰਤੀ ਖਜ਼ਾਨਾ ਭਰਿਆ ਪਿਆ। ਪਰ ਮਹਾਰਾਜ ਕਹਿੰਦੇ ਜਿੰਨਾ ਸਮਾਂ ਇਹ ਆਪਣੇ ਆਪ ਨੂੰ ਘੜਦਾ ਨਹੀਂ ਸ਼ਬਦ ਨਾਲ ਜੁੜ ਕੇ, ਅਸੀਂ ਸ਼ਬਦ ਤੋਂ ਆਸਰਾ ਲੈ ਕਰਕੇ ਬਾਹਰ ਜੀਵਨ ਜਿਉਣਾ ਹੈ ਨਾ, ਜਿੱਥੇ ਮਹਾਰਾਜ ਕਹਿੰਦੇ ਕਿਰਤ ਵਿਰਤ ਕਰ ਧਰਮ ਕੀ, ਹੱਥੋਂ ਦੇ ਕੇ ਭਲਾ ਮਨਾਵੇ ਭਾਈ ਗੁਰਦਾਸ ਜੀ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹੂ ਪਛਾਣਹਿ ਸੇ। ਸੱਚ ਦੀ ਕਿਰਤ ਕਰਨੀ ਹੈ, ਸੰਜਮ ਰੱਖਣਾ ਹੈ ਸਰੀਰ ਕਰਕੇ। ਆਨੰਦ ਸਾਹਿਬ ਦੀ ਬਾਣੀ ਪੜ੍ਹੋ। ਸਤਿਗੁਰਾਂ ਨੇ ਕੰਨਾਂ ਨੂੰ ਵੀ ਉਪਦੇਸ਼ ਦਿੱਤਾ, ਇਹ ਸਰਵਣੋ ਮੇਰੇ ਹੋ, ਸੱਚ ਹੈ ਸੁਣ ਲੈ ਨੋ ਪਠਾਏ। ਤੇ ਅਸੀਂ ਕੂੜ ਹੀ ਭਰੀ ਜਾਂਦੇ ਹਾਂ, ਕੂੜ ਹੀ ਸੁਣਦੇ ਹਾਂ, ਗਾਣੇ ਸੁਣਦੇ ਨੇ। ਕਹਿੰਦੇ ਬਾਣੀ ਸੁਣਨ ਵਾਸਤੇ ਦਿਲ ਨਹੀਂ ਕਰਦਾ, ਅੰਦਰ ਕੂੜ ਹੀ ਹੈ। ਜਿਹੜਾ ਕੁਝ ਅੰਦਰ, ਜਿਹੜਾ ਮਨ ਚਾਹੁੰਦਾ ਉਹੀ ਖਾਣ ਨੂੰ ਮਿਲਦਾ। ਜੇ ਮਨ ਸੱਚ ਦੀ ਭੁੱਖ ਰੱਖੇਗਾ ਤੇ ਗੁਰਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਕਥਾ ਕੀਰਤਨ ਸੁਣਾਂਗੇ। ਜੇ ਮਨ ਦੇ ਪੱਲੇ ਹੀ ਝੂਠ ਹੈ ਤੇ ਉਹਨੇ ਗਾਣੇ ਹੀ ਸੁਣਨੇ ਨੇ, ਨਿੰਦਿਆ ਹੀ ਸੁਣਨੀ ਹੈ, ਚੁਗਲੀਆਂ ਹੀ ਸੁਣਨੀਆਂ ਨੇ, ਹੋਰ ਕੀ ਸੁਣੇਗਾ। ਜਿੱਥੇ ਮਨੁੱਖ ਸੱਚ ਸੁਣਨ ਵੱਲੋਂ ਕੰਨ ਬੰਦ ਕਰ ਲੈਂਦਾ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਰਵਣੋ ਮੇਰੇ ਹੋ, ਸੱਚ ਸੁਣਨੈ ਨੋ ਪਠਾਏ। ਸੱਚ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੁਣੇਗਾ ਬਾਣੀ ਤੂੰ ਹਰਿਆ ਭਰਿਆ ਹੋ ਜਾਏਗਾ, ਖਿੜ ਜਾਏਗਾ, ਕਦੇ ਮੁਰਝਾਏਗਾ ਨਹੀਂ, ਉਦਾਸ ਨਹੀਂ ਹੋਏਗਾ, ਭੁੱਲੇਗਾ ਨਹੀਂ ਜੇ ਤੂੰ ਗੁਰੂ ਨਾਲ ਜੁੜ ਜਾਵੇ। ਤਾਂ ਇਸ ਤਰ੍ਹਾਂ ਕਾਇਆ ਦੀ ਵਿਚਾਰ ਕਰੇ। ਭਗਤ ਜੀ ਕਹਿੰਦੇ ਉਹ ਸਾਡੇ ਵਾਸਤੇ ਕਾਜੀ ਹੈ। ਤਾਂ ਤੋਂ ਕਾਜੀ ਤਾਂ ਤੋਂ ਮੁੱਲਾ, ਜਪਹਿ ਨਾਉ ਖੁਦਾਈ। ਜੇ ਖੁਦਾ ਪਰਮਾਤਮਾ ਦਾ ਨਾਮ ਜਪੇ ਤਾਂ ਹੀ ਤੂੰ ਮਹਾਰਾਜ ਕਹਿੰਦੇ ਕਾਜੀ ਹੈ, ਤਾਂ ਹੀ ਤੂੰ ਭਾਈ ਮੁੱਲਾ ਹੈ। ਜਿਹੜਾ ਇਸ ਸਰੀਰ ਦੀ ਵਿਚਾਰ ਕਰਦਾ ਹੈ ਉਹ ਕਹਿੰਦੇ ਭਗਤ ਜੀ ਭਾਈ ਸਾਡੇ ਵਾਸਤੇ ਕਾਜੀ ਹੈ। ਕਾਇਆ ਕੀ ਅਗਨ ਬ੍ਰਹਮ ਪਰਚਾਰੈ। ਕਾਜੀ ਇਸਲਾਮ ਧਰਮ ਦੇ ਵਿੱਚ ਜਿਹੜਾ ਫੈਸਲੇ ਕਰਦਾ ਉਹਨੂੰ ਕਹਿੰਦੇ ਨੇ, ਸਰਾ ਦਾ ਹੁਕਮ ਸੁਣਾਉਂਦਾ। ਤਾਂ ਭਗਤ ਜੀ ਕਹਿੰਦੇ ਭਾਈ ਜਿਹੜਾ ਇਹ ਝੂਠਾ ਲੋਕਾਂ ਦੇ ਤਾਈਂ ਸਰਾ ਦੇ ਵਿੱਚ ਕਹਿ ਕਰਕੇ ਹੁਕਮ ਸੁਣਾਉਣਾ ਤਾਂ ਇਹ ਸਾਧ ਸੰਗਤ ਕਾਜੀ ਪੁਣਾ ਨਹੀਂ ਹੈ। ਜਿੱਥੇ ਹੁਣ ਕਾਜੀ ਨੇ ਕਿਹਾ ਸੀ ਨਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਦਿਓ, ਪਰ ਉਹ ਕਹਿੰਦੇ ਸਰਾ ਵਿੱਚ ਲਿਖਿਆ ਨਹੀਂ। ਕਹਿੰਦਾ ਨਹੀਂ ਲਿਖਿਆ ਤਾਂ ਸਮਝ ਲਓ ਵੀ ਇਹ ਲਿਖਿਆ ਹੀ ਪਿਆ। ਕਿਉਂ? ਐਸਾ ਐਸਾ ਝੂਠਾ ਮੁਕੱਦਮਾ ਬਣਾ ਦੇਣਾ। ਕਾਇਆ ਕੀ ਅਗਨ ਬ੍ਰਹਮ ਪਰ ਜਾਰੈ। ਭਗਤ ਜੀ ਕਹਿੰਦੇ ਜਿਹੜੀ ਕਾਇਆ ਸਰੀਰ ਦੇ ਅੰਦਰ ਹਉਮੈ ਦੀ ਅਗਨ ਬਲ ਰਹੀ ਹੈ ਨਾ, ਹਉਮੈ ਬਲ ਰਹੀ ਹੈ ਅੰਦਰ ਸਰੀਰ ਦੀ, ਗੁਣਾਂ ਦੀ ਹਉਮੈ, ਤਾਂ ਇਹਨੂੰ ਬ੍ਰਹਮ ਪਰ ਜਾਰੈ। ਬ੍ਰਹਮ ਅਭਿਆਸ ਦੀ ਪਰ ਵਿਸ਼ੇਸ਼ ਕਰਕੇ ਅਗਨੀ ਪੈਦਾ ਕਰਕੇ ਜਾਲ ਦਵੇ ਆਪਣੇ ਅੰਦਰੋਂ। ਬ੍ਰਹਮ ਅਭਿਆਸ ਦੇ ਨਾਲ ਅੰਦਰੋਂ ਹੰਗਤਾ ਜਿਹੜੀ ਹੈ, ਹਉਮੈ ਹੈ, ਇਹਦਾ ਨਾਸ ਕਰ ਦਵੇ। ਤੇ ਆਪਣੇ ਸੁਪਨੇ ਵਿੱਚ ਵੀ ਬ੍ਰਹਮਚਰਜ ਝਰਨ ਨਾ ਦਵੇ।
ਸੁਪਨੇ ਬੈਂਦਨਾ ਦੇਈ ਚਰਨਾ। ਜਿਹੜਾ ਇਹ ਸੁਪਨਾ ਸੰਸਾਰ ਹੈ, ਇਸ ਦੇ ਵਿੱਚ ਆਪਣੇ ਮਨ ਦਾ ਫੁਰਨਾ ਝਰਨ ਨਾ ਦਵੇ, ਝੜਨ ਨਾ ਦਵੇ। ਇਸ ਕਾਜੀ ਕੋ ਜਰਾ ਨਾ ਮਰਨਾ। ਉਸ ਕਾਜੀ ਤੇ ਤਾਈ ਨਾ ਹੀ ਜਰਾ ਬੁਢੇਪਾ ਹੁੰਦਾ ਤੇ ਨਾ ਹੀ ਉਹਨੂੰ ਮਰਨਾ ਹੁੰਦਾ। ਉਸ ਨੂੰ ਜੜਤਾ ਰੂਪ ਬੁਢੇਪਾ ਨਹੀਂ ਆਉਂਦਾ। ਉਸ ਤੇ ਤਾਈ ਇਹ ਮੌਤ ਦਾ ਭੈ ਵੀ ਨਹੀਂ ਆਉਂਦਾ, ਸਹਿਮ ਨਹੀਂ ਆਉਂਦਾ। ਸੋ ਸੁਲਤਾਨ ਜੋ ਦੋਏ ਸਰ ਤਾਨੇ। ਭਗਤ ਜੀ ਕਹਿੰਦੇ ਭਾਈ ਹੁਣ ਸਾਡੇ ਵਾਸਤੇ ਉਹ ਪਾਤਸ਼ਾਹ ਹੈ ਚੱਕਰਵਰਤੀ ਰਾਜਾ, ਜਿਹੜਾ ਦੋ ਸਰ ਤਨ ਹੈ। ਸਰ ਨਾਮ ਤੀਰਾਂ ਨੂੰ ਤਾਨਣਾ ਕਰਦਾ। ਉਹ ਦੋ ਤੀਰ ਕਿਹੜੇ ਨੇ? ਇੱਕ ਤਾਂ ਆਪਣੀ ਪਰਜਾ ਦੇ ਤਾਂ ਹੀ ਬਾਹਰ ਨਾ ਜਾਣ ਦੇਵੇ। ਜਿਵੇਂ ਅੱਜ ਕੱਲ੍ਹ ਵਿਦੇਸ਼ਾਂ ਨੂੰ ਜਾ ਰਹੇ ਨੇ ਨਾ, ਵੀ ਬੇਰੁਜ਼ਗਾਰੀ ਵੱਧ ਗਈ ਹੈ। ਇਸ ਤਰ੍ਹਾਂ ਪਰਜਾ ਨੂੰ ਇੰਨਾ ਡਰ ਜਾਂ ਇੰਨਾ ਦੁਖੀ ਨਾ ਕਰੇ ਕਿ ਉਹ ਬਾਹਰ ਚਲੇ ਜਾਣ। ਇੱਕ ਤਾਂ ਇਹ ਤੀਰ ਤਾਣ ਲਵੇ। ਦੂਜਾ, ਜਿਹੜੇ ਪਰਜਾ ਦੇ ਵਿੱਚ ਚੋਰ ਠੱਗ ਔਗਣਾਂ ਨਾਲ ਭਰੇ ਹੋਏ ਜੀਵ ਰਹਿੰਦੇ ਨੇ, ਉਹਨਾਂ ਤਾਈਂ ਬਾਹਰ ਕੱਢ ਦਵੇ, ਉਹਨਾਂ ਨੂੰ ਜੇਲ੍ਹ 'ਚ ਪਾਵੇ। ਜਿਹੜੇ ਦੋਖੀ ਹਨ ਉਹਨਾਂ ਨੂੰ ਸਜ਼ਾ ਦੇਵੇ ਤੇ ਜਿਹੜੇ ਪਰਜਾ ਹੈ ਉਹਨਾਂ ਦੇ ਤਾਈਂ ਸੁੱਖ ਦੇਵੇ। ਇਹ ਦੋ ਤੀਰ ਤਾਣ ਲੈਣਾ ਕਰੇ। ਬਾਹਰ ਜਾਤਾ ਪੀਤਰ ਆਨੇ। ਫਿਰ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਲੈ ਕੇ ਆਵੇ ਤੇ ਜਿਹੜੇ ਭੀਤਰ ਅੰਦਰ ਨੇ ਦੋਖੀ ਬਣੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਦਵੇ। ਗਗਨ ਮੰਡਲ ਮਹੇ ਲਸਕਰ ਕਰੇ। ਤੇ ਜਿਹੜਾ ਗਗਨ ਮੰਡਲ ਕਹਿੰਦੇ ਨੇ ਆਕਾਸ਼ ਨੂੰ, ਜਿਵੇਂ ਆਕਾਸ਼ ਦੇ ਵਿੱਚ ਹਵਾਈ ਜਹਾਜ਼ਾਂ ਤੇ ਫੌਜਾਂ ਘੁੰਮਦੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਆਪਣੇ ਜੰਗ ਇਹ ਮੈਦਾਨ ਫੌਜ ਨੂੰ ਤਿਆਰ ਬਰ ਤਿਆਰ ਰੱਖੇ, ਆਪਣੀ ਫੌਜ ਕਾਇਮ ਰੱਖੇ ਦੁਸ਼ਮਣ ਦੇ ਨਾਲ ਲੜਨ ਵਾਸਤੇ। ਸੋ ਸੁਲਤਾਨ ਛਤਰ ਸਿਰ ਧਰੈ। ਉਹ ਸਾਡੇ ਵਾਸਤੇ ਅਸਲ ਪਾਤਸ਼ਾਹ ਹੈ। ਕਹਿੰਦੇ ਉਹੀ ਕਹਿੰਦੇ ਰਾਜਾ ਹੁੰਦਾ ਤੇ ਉਹ ਆਪਣੇ ਸਿਰ ਤੇ ਬਾਦਸ਼ਾਹੀ ਦਾ ਛਤਰ ਰੱਖ ਲੈਂਦਾ ਹੈ। ਦੁਬਾਰਾ ਪੜ੍ਹ ਦੋ। ਸੋ ਸੁਲਤਾਨ ਜੋ ਦੋਏ ਸਰ ਤਾਨੇ। ਹੁਣ ਭਗਤ ਜੀ ਇਹਨੇ ਪੰਕਤੀਆਂ ਦੇ ਵਿੱਚ ਜੋਗੀ ਦਾ ਅਰਥ ਦਿੰਦੇ ਨੇ। ਸੁਲਤਾਨ ਕਹਿੰਦੇ ਨੇ ਜੋਗੀ ਨੂੰ। ਸਾਡੇ ਵਾਸਤੇ ਉਹ ਜੋਗੀ ਹੈ ਭਾਈ ਜੋ ਦੋਏ ਸਰ ਤਨ ਹੈ। ਦੋ ਸਰ ਕਿਹੜੇ ਨੇ? ਜਿਹੜੇ ਜੋਗੀ ਪ੍ਰਾਣਾਯਾਮ ਕਰਦੇ ਨੇ। ਆਪਣੇ ਨਾਸਿਕਾ, ਜਿਹੜੀ ਸੂਰਜ ਦੀ ਪਿੰਗਲਾ ਸੁਰ ਹੈ ਸੱਜੀ ਨਾਸਿਕਾ, ਉਹਦੇ ਰਾਹੀਂ ਸਵਾਸਾਂ ਨੂੰ ਚੜ੍ਹਾਉਣਾ ਤੇ ਜਿਹੜੀ ਚੰਦਰਮਾ ਦੀ ਖੱਬੀ ਨਾਸਿਕਾ ਹੈ ਇੜਾ, ਇਹਦੇ ਰਾਹੀਂ ਸਵਾਸਾਂ ਨੂੰ ਹੇਠਾਂ ਲੈ ਕੇ ਆਉਣਾ। ਸੁਖਮਨਾਂ ਦੇ ਵਿੱਚ ਸਵਾਸਾਂ ਨੂੰ ਟਿਕਾਉਣਾ। ਇਹ ਜਿਹੜੀ ਪ੍ਰਕਿਰਿਆ ਕਰਦੇ ਨੇ ਨਾ, ਇੱਕ ਸਵਾਸਾਂ ਨੂੰ ਚੜ੍ਹਾਉਣਾ ਤੇ ਇੱਕ ਉਤਾਰਨਾ, ਇਹ ਦੋ ਸਰ ਤਨ ਹੈ। ਸਰ ਤੀਰ ਤਾਣ ਲੈਂਦੇ ਹਨ। ਬਾਹਰ ਜਾਤਾ ਪੀਤਰ ਆਨੇ। ਤੇ ਜਿਹੜਾ ਸਵਾਸ ਬਾਹਰ ਜਾ ਰਿਹਾ ਸਰੀਰ ਦੇ ਵਿੱਚ, ਉਹਨੂੰ ਆਪਣੇ ਅੰਦਰ ਸਰੀਰ ਦੇ ਵਿੱਚ ਟਿਕਾਉਣਾ ਕਰੇ। ਕਿਉਂਕਿ ਜੋਗੀ ਜਿਹੜੇ ਨੇ ਇੱਕ ਸਵਾਸ ਲੈ ਕਰਕੇ ਉਹਦੇ ਰਾਹੀਂ ਪ੍ਰਕਿਰਿਆ ਕਰਦੇ ਨੇ। ਇਹ ਇੱਕ ਸਵਾਸ ਲਿਆ ਸੱਜੀ ਨਾਸਿਕਾ ਦੁਆਰਾ 16 ਵਾਰ ਓੰਗ ਸ਼ਬਦ ਦਾ ਉਚਾਰਨ ਕਰਕੇ ਸਵਾਸ ਚੜ੍ਹਾ ਲੈਂਦੇ ਨੇ। ਜਿਹਦੇ ਸੁਖਮਨਾਂ ਵਿੱਚ ਤ੍ਰਿਕੁਟੀ ਵਿੱਚ ਟਿਕ ਜਾਂਦੇ ਹਨ ਸਵਾਸ, ਉੱਥੇ 64 ਵਾਰ ਓੰਗ ਸ਼ਬਦ ਦਾ ਉਚਾਰਨ ਕਰਦੇ ਨੇ। ਤੇ ਫਿਰ ਖੱਬੀ ਨਾਸਿਕਾ ਦੁਆਰਾ ਜਿਹੜੀ ਇੜਾ ਹੈ ਸਵਾਸਾਂ ਨੂੰ ਹੇਠਾਂ ਉਤਾਰਦੇ ਨੇ। ਕਈ ਘੰਟਿਆਂ ਤੱਕ ਇੱਕ ਸਵਾਸ ਲੈ ਲੈਂਦੇ ਹਨ। ਕਈ ਵਾਰ ਤਾਂ ਇੱਕ ਵਰਾ, ਕਈ ਵਰੇ ਵੀ ਲੈ ਲੈਂਦੇ ਨੇ ਇੱਕ ਸਵਾਸ, ਪ੍ਰਕਿਰਿਆ ਸਿੱਧ ਹੋਵੇ ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ ਭਾਈ ਜਿਹੜਾ ਬਾਹਰ ਸਰੀਰ ਤੋਂ ਸਵਾਸ ਜਾ ਰਿਹਾ ਹੈ ਉਹਨੂੰ ਆਪਣੇ ਸਰੀਰ ਦੇ ਅੰਦਰ ਲੈ ਕੇ ਆਵੇ। ਗਗਨ ਮੰਡਲ ਮਹੇ ਲਸਕਰ ਕਰੇ। ਜਿਹੜਾ ਗਗਨ ਮੰਡਲ 10ਵਾਂ ਦੁਆਰ ਹੈ, ਉੱਥੇ ਆਪਣਾ ਜਿਹੜਾ ਇਹ ਪ੍ਰਕਿਰਿਆ ਸਿੱਧ ਕਰ ਲੈਣੀ ਹੈ, ਜਾਂ ਕਹਿ ਲਈਏ ਉੱਥੇ ਆਪਣੇ ਸਵਾਸਾਂ ਨੂੰ
ਜਿਹੜਾ ਇਕੱਤਰ ਕਰ ਲੈਣਾ ਹੈ, ਟਿਕਾ ਲੈਣਾ ਹੈ, ਇਹ ਲਸਕਰ ਕਰਨਾ ਕਰੇ। ਸੋ ਸੁਰਤਾਨ ਛਤਰ ਸਿਰ ਧਰੈ। ਉਹੀ ਜੋਗੀ ਹੈ। ਤੇ ਜੋਗਾਨੰਦ ਦਾ 10ਵੇਂ ਦਵਾਰ ਦੇ ਵਿੱਚ ਉਹ ਛਤਰ ਆਪਣੇ ਸਿਰ ਤੇ ਧਰ ਲੈਂਦਾ, ਉਹਨੂੰ ਇਹ ਜਸ ਪ੍ਰਾਪਤ ਹੋ ਜਾਂਦਾ ਵੀ ਇਸ ਜੋਗੀ ਨੇ 10ਵੇਂ ਦਵਾਰ ਵਿੱਚੋਂ ਜੋਗਾਨੰਦ ਨੂੰ ਚਵਾ ਲੈਣਾ ਕੀਤਾ। ਇਸੇ ਤਰ੍ਹਾਂ ਦੁਬਾਰਾ ਸੁਣੋ। ਸੋ ਸੁਰਤਾਨ ਜੋ ਦੋਇ ਸਰ ਤਾਨੈ। ਹੁਣ ਭਗਤ ਜੀ ਇਹਨਾਂ ਪੰਕਤੀਆਂ ਵਿੱਚ ਬ੍ਰਹਮ ਗਿਆਨੀ ਤੱਤ ਬੇਤੇ ਦੇ ਲੱਛਣ ਦੱਸਦੇ ਨੇ। ਸੋ ਸੁਰਤਾਨ, ਉਹ ਭਾਈ ਬ੍ਰਹਮ ਗਿਆਨੀ ਤੱਤ ਬੇਤਾ ਹੈ ਜੋ ਦੋਏ ਸਰ ਤਾਨੈ। ਦੋ ਸਰ ਤੀਰ ਕਿਹੜੇ ਨੇ? ਇੱਕ ਤਾਂ ਵਿਰਾਗ ਤੇ ਇੱਕ ਗਿਆਨ। ਆਪਣੇ ਜੀਵਨ ਦੇ ਅੰਦਰ ਇੱਕ ਤਾਂ ਵਿਰਾਗ ਰੱਖੇ ਤੇ ਇੱਕ ਗਿਆਨ ਰੱਖੇ ਹਿਰਦੇ ਦੇ ਵਿੱਚ। ਜਿਵੇਂ ਸਤਿਗੁਰਾਂ ਨੇ ਸਿੱਖਾਂ ਦੇ ਤਾਈਂ ਉਪਦੇਸ਼ ਦਿੱਤਾ ਕਿ ਭਾਈ ਹਿਰਦੇ ਵਿੱਚ ਗਿਆਨ ਹੋਣਾ ਚਾਹੀਦਾ। ਸਿੱਖ ਦੇ ਸ਼ਬਦ ਦਾ ਗਿਆਨ, ਬਾਣੀ ਦਾ ਗਿਆਨ, ਰਸਨਾ ਤੇ ਭਗਤੀ ਹੋਣਾ ਚਾਹੀਦੀ ਹੈ, ਨਾਮ ਹੋਵੇ ਵਾਹਿਗੁਰੂ ਦਾ, ਔਰ ਵਰਤਨ ਵਿੱਚ ਵਿਰਾਗ ਹੋਵੇ। ਇਹ ਜਿਹੜੇ ਦੋ ਸਰ ਤੀਰ ਤਾਨਣਾ ਕਰੇ, ਵਿਰਾਗ ਤੇ ਗਿਆਨ, ਤਦੋਂ ਉਹ ਬ੍ਰਹਮ ਬੇਤਾ, ਬ੍ਰਹਮ ਗਿਆਨੀ ਹੈ। ਬਾਹਰ ਜਾਤਾ ਭੀਤਰ ਆਨੈ। ਜਿਹੜਾ ਮਨ ਬਾਹਰ ਮੁਖੀ ਬਿਰਤੀ ਕਰਕੇ ਸੰਸਾਰ 'ਚ ਭਰਮਦਾ ਰਹਿੰਦਾ, ਉਸ ਨੂੰ ਆਪਣੇ ਅੰਤਰਮੁਖ ਕਰੇ। ਆਪਣੇ ਸੰਕਲਪਾਂ ਦੇ ਨਾਲ ਆਪਣੇ ਅੰਦਰ ਅੰਤਸ਼ ਕਰਨ ਦੇ ਵਿੱਚ ਉਸ ਮਨ ਨੂੰ ਇੱਕ ਥਾਂ ਤੇ ਟਿਕਾਉਣਾ ਕਰੇ। ਇਸ ਤਰ੍ਹਾਂ ਭੀਤਰ ਅੰਦਰ ਲੈ ਆਵੇ। ਗਗਨ ਮੰਡਲ ਮਹੇ ਲਸਕਰ ਕਰੈ। ਜਿਹੜਾ ਆਪਣਾ ਹਿਰਦਾ ਹੈ, ਗਗਨ ਆਕਾਸ਼ ਮੰਡਲ, ਉਸ ਦੇ ਵਿੱਚ ਲਸਕਰ ਕਹਿੰਦੇ ਨੇ ਫੌਜ ਨੂੰ। ਸਭ ਗੁਣਾਂ ਦੀ ਦੈਵੀ ਸੰਪਤਾ ਰੂਪ ਫੌਜ ਨੂੰ ਇਕੱਤਰ ਕਰਨਾ ਕਰੇ। ਸੋ ਸੁਰਤਾਨ ਛਤਰ ਸਿਰ ਧਰੈ। ਸੋ ਉਹ ਜਿਹੜਾ ਬ੍ਰਹਮ ਬੇਤਾ ਹੈ ਨਾ, ਸੁਰਤਾਨ ਤਤ ਬੇਤਾ, ਛਤਰ ਸਿਰ ਧਰੈ। ਬ੍ਰਹਮ ਗਿਆਨੀ ਦਾ, ਬ੍ਰਹਮ ਅਵਸਥਾ ਦਾ ਛਤਰ ਜਸ ਆਪਣੇ ਸਿਰ ਤੇ ਰੱਖ ਲੈਂਦਾ। ਉਹਨੂੰ ਇਹ ਵਡਿਆਈ ਮਿਲਦੀ ਹੈ ਵੀ ਉਹ ਇਹ ਬ੍ਰਹਮ ਗਿਆਨੀ ਤਤ ਬੇਤਾ ਹੈ। ਜੋਗੀ ਗੋਰਖ ਗੋਰਖ ਕਰੈ। ਭਗਤ ਜੀ ਕਹਿੰਦੇ ਭਾਈ ਜਿਹੜੇ ਜੋਗੀ ਹਨ ਉਹ ਤਾਂ ਗੋਰਖ ਗੋਰਖ ਕਰਦੇ ਨੇ, ਗੋਰਖ ਦਾ ਨਾਮ ਜਪਦੇ ਹਨ। ਹਿੰਦੂ ਰਾਮ ਨਾਮ ਉਚਰੈ। ਜਿਹੜੇ ਹਿੰਦੂ ਹਨ ਉਹਨਾਂ ਨੇ ਰਾਮ ਨਾਮ ਨੂੰ ਕਹਿਣਾ ਕੀਤਾ ਹੈ। ਜੋ ਦਸ਼ਰਥ ਜੀ ਦੇ ਸੁਪੁੱਤਰ ਭਗਵਾਨ ਰਾਮਚੰਦਰ ਹੋਏ ਨੇ, ਉਹਨਾਂ ਦਾ ਨਾਮ ਜਪਦੇ ਹਨ। ਮੁਸਲਮਾਨ ਕਾ ਏਕ ਖੁਦਾਈ। ਜਿਹੜੇ ਮੁਸਲਮਾਨ ਹਨ ਉਹਨਾਂ ਵਾਸਤੇ ਇੱਕ ਹੀ ਖੁਦਾ ਹੈ ਕਿ ਸੱਤਵੇਂ ਆਕਾਸ਼ ਤੇ ਖੁਦਾ ਵਸਦਾ ਹੈ। ਇਸ ਤਰ੍ਹਾਂ ਉਹ ਇੱਕ ਖੁਦਾ ਨੂੰ ਹੀ ਸਭ ਕੁਝ ਸਮਝਦੇ ਹਨ। ਕਬੀਰ ਕਾ ਸੁਆਮੀ ਰਖਿਆ ਸਮਾਏ। ਪਰ ਭਗਤ ਕਬੀਰ ਜੀ ਕਹਿੰਦੇ ਜਿਹੜਾ ਸਾਡਾ ਸੁਆਮੀ ਮਾਲਕ ਹੈ ਉਹ ਤਾਂ ਸਭ ਥਾਵਾਂ ਤੇ ਸਮਾਇਆ ਹੋਇਆ ਹੈ, ਸਾਰੇ ਜੀਵਾਂ ਦਾ ਪ੍ਰੇਰਕ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ। ਸਾਰਿਆਂ ਦੀ ਪ੍ਰਤਪਾਲਣਾ ਕਰਦਾ, ਸਾਰ ਸੰਭਾਲ ਕਰਦਾ, ਉਹੀ ਸਾਡਾ ਮਾਲਕ ਹੈ। ਅਬਨਾਸੀ ਜੀਵਨ ਕੋ ਦਾਤਾ, ਉਹ ਸਾਰੇ ਜੀਵਾਂ ਦਾ ਮਾਲਕ ਹੈ, ਦਾਤਾ ਹੈ। ਸੋ ਉਹੀ ਅਸੀਂ ਮਾਲਕ ਬਣਾਉਣਾ ਕੀਤਾ ਹੈ। ਇਹ ਭਗਤ ਕਬੀਰ ਜੀ ਨੇ ਉਪਦੇਸ਼ ਬਖਸ਼ਿਆ ਹੈ ਕਿ ਭਾਈ ਪਰਮਾਤਮਾ ਸਦਾ ਸਾਡੇ ਨੇੜੇ ਹੈ। ਦੂਰ ਨਾ ਸਮਝੋ ਕਿ ਉਹ ਦੂਰ ਹੋਵੇਗਾ। ਅਸੀਂ ਭੁੱਲੇ ਹੋਏ ਹਾਂ, ਭੁੱਲੇ ਹੋਣ ਕਰਕੇ ਕੋਈ ਚੀਜ਼ ਨੇੜੇ ਵੀ ਪਈ ਹੋਵੇ ਨਾ, ਘਰ ਵਿੱਚ ਪਈ ਹੋਵੇ, ਤਾਂ ਉਹ ਦੂਰ ਲੱਗਦੀ ਹੈ। ਇਸ ਤਰ੍ਹਾਂ ਪਰਮਾਤਮਾ ਤੋਂ ਭੁੱਲ ਕੇ ਜੀਵ ਉਸ ਨੂੰ ਦੂਰ ਸਮਝਦਾ ਹੈ, ਪਰ ਉਹ ਤਾਂ ਸਦਾ ਹੀ ਨੇੜੇ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਿਵੇਂ ਪ੍ਰਾਪਤ ਕਰਨਾ? ਜੇ ਤੁਸੀਂ ਦੁੰਦਰ ਆਪਣੇ ਮਨ ਦੇ ਰੌਲੇ ਨੂੰ, ਜਿਹੜਾ ਮਨ ਹਰ ਸਮੇਂ ਵਿਕਾਰਾਂ ਵਿੱਚ ਭੁੱਲ ਕਰਕੇ ਰੌਲਾ ਹੀ ਪਾਉਂਦਾ ਰਹਿੰਦਾ ਕਿ ਆਹ ਨਹੀਂ ਮਿਲਿਆ, ਆਹ ਮਿਲ ਗਿਆ, ਤਾਂ ਇਸ ਤਰ੍ਹਾਂ ਉਸ ਨੂੰ ਰੋਕੋ, ਤਦੋਂ ਤੁਹਾਨੂੰ ਸੁੰਦਰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਸ਼ਬਦ ਭਗਤ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ।
ਆਪਣੇ ਜੀਵਨ ਅੰਦਰ ਧਾਰਨ ਕਰੀਏ। ਸਤਿਗੁਰੂ ਸਾਰਿਆਂ ਤੇ ਕਿਰਪਾ ਕਰਨ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜੋਗੀ ਗੋਰਖ ਗੋਰਖ ਧਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸਾਮੀ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ